परम सम्मानयोग गुरु रूप गुरु प्यारी साध संगत जीओ, सारे प्यार सैद फतेह बुलाओ जी। वाहिगुरु जी का खालसा, वाहिगुरु जी की फतेह। धनता दी योग हो संध्या वेले दीवाना विच हाजरियां भर के गुरबाणी कीर्तन वाहिगुरु सिमरन भाई साहब भाजी बलबीर सिंह जी गाफल हजूरी जथे पासों सरवण करदिया होया अपना जीवन सफला कर रहे सो। बहुत बहुत धन्यवाद भाई साहब जी का। आओ सहज पाठ नाल जुड़ना करिए। पोथी प्रकाश करके पावन अंग 970 शब्द है। मुंद्रा मोन दया कर झोली, पत्र का करो विचार रे, खिंथा ए तन सियो अपना, नाम करो आधार रे। ये पावन शब्द आरंभ होने जा रहा है। बड़े प्यार सत्कार सहित भाई साहब भाई मनप्रीत सिंह जी स्टेज ते आ रहे हैं। आओ फतेह नाल सांझ पाइए जी, सारे ही बुलाओ। वाहिगुरु जी का खालसा, वाहिगुरु जी की फतेह। वाहिगुरु साहिब जी आओ सिख सतगुरु के प्यारियो, गावो सच्ची बाणी। बाणी तां गावो गुरु केरी, बाणियां सिर बाणी। जिन को नदर करम होवै, हिरदै तिना समाणी। पीवो अमृत सदा रहो हर रंग, जप्यो सारिंग पानी। कह नानक सदा गावो, एह सच्ची बाणी। तू मेरो मेर परबत स्वामी, ओट गही मैं तेरी। ना तुम डोलो हो ना हम गिरते, रख लीनी हर मेरी। सतनाम वाहिगुरु साहिब जीओ। मुंद्रा मोन दया कर झोली, पत्र का करो विचार रे। खिंथा ए तन सियो अपना, नाम करो आधार रे। धन सतगुरु श्री गुरु ग्रंथ साहब महाराज जी की पावन मुकद्दस हजूरी अंदर सुभाईमान गुरु प्यारे गुरु सवारे सत्संगी जनों, आप जिन्हें गुरु दरबार विच मौजूद हो, जिन्हें घर बैठे सरवण कर रहे हो, सारे मनोबिरतियां एकाग्र करो। सतगुरु सच्चे पातशाह महाराज जी की तुर की बाणी, खसम की बाणी 970 अंग ते सुशोभित। इस धरती के उत्ते महापुरख जिहड़े भगत होए ने, उन्हां दी बाणी सतगुरु जी गुरु नानक साहब जी
इस मनुखा देही दा मनुखा जीवन दा उद्धार करन वास्ते भाओ तेरा भांग खलड़ी मेरा चीत मैं दीवाना पया अतीत कर कासा दर्शन की भूख मैं दर मांगो नीता नीत। ये बाणी साढ़े तक सतगुरु जी ने कर्म करके कृपा करके पहुँचाई है। भगत कबीर जी के शब्द चल रहे ने, सतगुरु जी बख्शिश करन। आओ जी शब्द की आरंभता करिए। विचार आरंभण तो पहला कोई भी रसना विरवी ना रहे, गज बज के गुरु बख्शी फतेह सांझी करो। आखो जी वाहिगुरु जी का खालसा वाहिगुरु जी की फतेह। शब्द है जी मुंद्रा मोन दया कर झोली, पत्र का करहो विचार रे। ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਖਸ਼ੀ ਹੋਈ ਰਾਗ ਰਹਿਤ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਪਹਿਲੀ ਬਾਣੀ ਹੈ, ਉਹਦੇ ਵਿੱਚ ਰੋਜ਼ ਪੜ੍ਹਦੇ ਹਾਂ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਸੰਤੋਖ ਕੰਨਾਂ ਦੇ ਵਿੱਚ ਮੁੰਦਰਾਂ ਪਾ ਕੇ ਨਹੀਂ ਆਉਂਦਾ, ਅਸਲ ਦੇ ਵਿੱਚ ਮਨ ਰੂਪੀ ਖਿਆਲਾਂ ਦੇ ਉੱਤੇ ਜੇ ਗੁਰੂ ਦੇ ਸ਼ਬਦ ਦੀ ਮੁੰਦਰ ਪਾ ਦਿੱਤੀ ਜਾਏ, ਭਾਵ ਗੁਰੂ ਦਾ ਸ਼ਬਦ ਉਹਨਾਂ ਖਿਆਲਾਂ ਨੂੰ, ਮਾੜੇ ਖਿਆਲਾਂ ਨੂੰ, ਸਾਡੇ ਅੰਦਰ ਦੀਆਂ ਵਾਸ਼ਨਾਵਾਂ ਨੂੰ ਰੋਕੇ, ਉਹਨੂੰ ਸਤਿਗੁਰੂ ਜੀ ਕਹਿੰਦੇ ਇਹ ਸੰਤੋਖ ਰੂਪੀ ਮੁੰਦਰਾ ਮੇਰਾ ਸਿੱਖ ਪਾਉਂਦਾ। ਕੋਈ ਬਾਹਰ ਦੀ ਸ਼ਰਮਪਤ ਝੋਲੀ, ਕੋਈ ਬਾਹਰ ਦਾ ਬੋਝਾ, ਕੋਈ ਝੋਲਾ, ਕੋਈ ਐਸਾ ਉਹਨੇ ਖੱਪਰ ਨਹੀਂ ਟੰਗਿਆ ਜਿਹਦੇ ਵਿੱਚੋਂ ਦਕਸ਼ਣਾ ਲੈ ਕੇ ਲੋਕਾਂ ਤੋਂ ਪਾਉਂਦਾ। ਉਹਦੇ ਕੋਲ ਉਹ ਖੱਪਰ ਹੈ ਜਿਹੜਾ ਮਨ ਰੂਪੀ ਹੈ, ਜਿਸ ਮਨ ਰੂਪੀ ਖੱਪਰ ਦੇ ਵਿੱਚ ਉਹ ਗੁਰੂ ਦੀ ਦਾਤ, ਗੁਰੂ ਦੀ ਬਖਸ਼ੀ ਨਾਮ ਦੀ ਜਿਹੜੀ ਵਡਿਆਈ ਹੈ, ਕਮਾਈ ਹੈ, ਉਹਨੂੰ ਪਾਉਂਦਾ। ਇਹ ਹੈ ਸ਼ਰਮ ਉਹਦੀ, ਕਿ ਭਾਵ ਉਹਦੇ ਅੰਦਰ ਉਹਦੀ ਅੱਖਾਂ ਵਿੱਚ ਸ਼ਰਮ ਹੈ, ਉਹਦੀ ਜ਼ੁਬਾਨ ਵਿੱਚ ਸ਼ਰਮ ਹੈ, ਉਹਦੀ ਰਫਤਾਰ, ਉਹਦੀ ਗੁਫਤਾਰ ਇੱਕ ਚਾਲ ਦੇ ਵਿੱਚ ਢਲੀ ਹੋਈ ਹੈ, ਜਿਹਨੂੰ ਕਿਹਾ ਇਹ ਚਾਲ ਨਿਰਾਲੀ ਗੁਰਮੁਖੀ ਗੁਰਦੀਖਿਆ ਮਨ ਸੁਣ, ਗੁਰਦੀਖਿਆ ਸੁਣ ਮਨ ਭਿੰਨੈ। ਧਿਆਨ ਕੀ ਕਰਹਿ ਵਿਭੂਤ ਸ਼ਮਸ਼ਾਨ ਘਾਟਾਂ ਦੇ ਉੱਤੇ, ਮਰਗ ਘਾਟਾਂ ਦੇ ਉੱਤੇ ਉਹ ਬਲੀ ਹੋਈ ਚਿਖਾ ਦੀ ਰਾਖ ਪਿੰਡੇ ਤੇ ਮਲ ਲੈਣੀ, ਇਹ ਸਿੱਖ ਨੂੰ ਨਹੀਂ ਪਾਉਂਦਾ। ਜੋਗੀ ਜੀ ਇਹ ਤੁਹਾਡਾ ਧਰਮ ਹੋਏਗਾ, ਪਰ ਸਾਡੇ ਧਰਮ ਦੇ ਵਿੱਚ ਧਿਆਨ ਰੂਪੀ ਵਿਭੂਤੀ ਸਾਰਿਆਂ ਨੇ ਮਲੀ ਹੋਈ ਹੈ ਕਿ ਸਭ ਨੂੰ ਇਹ ਚੇਤੇ ਹੈ ਮਰਨ ਲਿਖਾਏ ਮੰਡਲ ਮਹਿ ਆਏ। ਇਹ ਚੇਤਾ ਹੈ ਕਿਉਂਕਿ ਵਿਭੂਤ ਇਸ ਲਈ ਮਲੀ ਜਾਂਦੀ ਹੈ ਜੋਗੀਆਂ ਵੱਲੋਂ ਤਾਂ ਕਿ ਇਹ ਮਿੱਟੀ ਖਾਕ ਹੋਣਾ। ਇਹ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ, ਬਾਬਾ ਸ਼ੇਖ ਫਰੀਦ ਜੀ ਕਹਿੰਦੇ ਆ। ਪਰ ਮਹਾਰਾਜ ਜੀ ਕਹਿੰਦੇ ਸਾਨੂੰ ਖਾਕ ਮਲਣ ਦੀ ਲੋੜ ਨਹੀਂ ਹੈ, ਸਾਨੂੰ ਪਤਾ ਹੈ ਕਿ ਇੱਕ ਦਿਨ ਇਸ ਪਿੰਡੇ ਨੇ, ਇਸ ਤਨ ਨੇ ਮਿੱਟੀ ਹੋਣਾ ਹੈ। ਧਿਆਨ ਕੀ ਕਰਹਿ ਵਿਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਇਹਦੇ ਅਰਥ ਹੁਣ ਇੱਥੇ ਨਹੀਂ ਕਰਦੇ ਕਿਉਂਕਿ ਜਿੱਥੇ ਜਿੰਨੇ ਸ਼ਬਦ ਦੇ ਅਰਥ ਨੇ ਅਸੀਂ ਉਹ ਲਈਏ। ਮੁੰਦਰਾ ਮੋਨ ਦਇਆ ਕਰ ਝੋਲੀ, ਕਬੀਰ ਸਾਹਿਬ ਕਹਿੰਦੇ ਹੈ ਕਿ ਜ਼ੁਬਾਨ ਇੱਕ ਬੋਲਣ ਤੋਂ ਰੋਕ ਲਓ ਤੇ ਇੱਕ ਬਦ ਫੈਲਾ ਖਾਣ ਤੋਂ ਰੋਕ ਲਓ। ਜੇ ਖਾਣਾ ਕੰਟਰੋਲ ਹੋ ਜਾਏ ਤੇ ਜੋਗੀ ਬਣ ਜਾਓਗੇ ਤੁਸੀਂ, ਸਿੱਖ ਜੋਗ ਕਮਾ ਲੋਗੇ। ਤਨ ਬਿਮਾਰ ਨਹੀਂ ਹੋਏਗਾ ਵੱਧ ਖਾਣ ਨਾਲ, ਘੱਟ ਖਾਣ ਨਾਲ ਕੋਈ ਬਿਮਾਰ ਨਹੀਂ ਹੁੰਦਾ, ਵੱਧ ਖਾਣ ਨਾਲ ਹੀ ਬਿਮਾਰ ਹੁੰਦਾ। ਵੱਧ ਖਾਣ ਨਾਲ ਹੀ ਤਨ ਬਿਮਾਰ ਹੁੰਦਾ ਤੇ ਜਿਹੜਾ ਭੁੱਖਾ ਰਹਿ ਜੇ ਉਹਨੂੰ ਕਦੀ ਰੋਗ ਨਹੀਂ ਹੁੰਦੇ। ਸੱਚਾਈ ਇਹ ਹੈ ਕਿ ਜਿੰਨੀ ਕੁ ਲੋੜ ਹੈ ਉਨਾ ਖਾਓ, ਖਾ ਕੇ ਹਜਮ ਕਰੋ। ਮੌਨ ਦਾ ਸਿੱਧਾ ਸੰਬੰਧ ਜ਼ੁਬਾਨ ਨਾਲ ਹੈ। ਮੁੰਦਰਾ ਮੌਨ, ਇਸ ਕਰਕੇ ਮਾੜਾ ਨਾ ਬੋਲੀਏ, ਕਦੀ ਵੀ ਜ਼ੁਬਾਨ ਖਰਾਬ ਨਾ ਬੋਲੀਏ, ਜ਼ੁਬਾਨ ਤੋਂ ਖਰਾਬ ਨਾ ਬੋਲੀਏ। ਮੈਂ ਇੱਕ ਬੇਨਤੀ ਹੋਰ ਕਰਦਾ ਜਾਵਾਂ, ਭਾਵੇਂ ਕਿਸਾਨ ਦਾ ਮੋਰਚਾ ਲੱਗਿਆ ਗੁਰੂ ਕੇ ਸਿੱਖੋ, ਪੰਜਾਬੀਓ, ਯੂਪੀ, ਬਿਹਾਰ, ਹਰਿਆਣਾ, ਜਿੱਥੇ ਜਿੱਥੇ ਦੇ ਵੀ ਕਿਸਾਨ ਆਏ ਹੈ, ਤੁਸੀਂ ਆਪਣੀ ਜ਼ੁਬਾਨ ਤੋਂ ਮਾੜਾ ਨਾ ਬੋਲੋ। ਕਿਸੇ ਬਾਰੇ ਵੀ ਇੱਕ ਵੀ ਲਫ਼ਜ਼ ਮਾੜਾ ਨਾ ਬੋਲੋ। ਗੁਰੂ ਨਾਨਕ ਸਾਹਿਬ ਜੀ ਦਾ ਧਰਮ ਇਹ ਹੈ ਕਿ ਤੁਸੀਂ ਮਾੜਾ ਨਹੀਂ ਬੋਲਣਾ, ਜ਼ੁਬਾਨ ਤੁਸੀਂ ਗੰਦੀ ਨਹੀਂ ਕਰਨੀ ਤੇ ਤੁਸੀਂ ਕਿਸੇ ਬਚਨ, ਮਾੜੇ ਬਚਨ ਨਾਲ ਕਿਸੇ ਦਾ ਹਿਰਦਾ ਨਹੀਂ ਬਲੁੰਦਰਨਾ। ਔਰ ਇਹ ਸਾਰਿਆਂ ਲਈ ਹੈ। ਕਬੀਰ ਸਾਹਿਬ ਵੀ ਇਹ ਕਹਿੰਦੇ, ਹਾਂ ਹੱਕ ਮੰਗਣੇ ਹੈ, ਜੇ ਆਪਣੀ ਗੱਲ ਕਰਨੀ ਹੈ ਤੇ ਫਿਰ ਚੰਗੇ ਲਫ਼ਜ਼ਾਂ ਦੇ ਨਾਲ ਕਰੋ। ਨਿਵਣ ਸੋ ਅੱਖਰ ਖਵਣ ਗੁਣ ਜਿਹਵਾ ਮਣੀਆਂ ਮੰਤ, ਜ਼ੁਬਾਨ ਦੇ ਵਿੱਚੋਂ ਮਣੀਆਂ ਹੀ ਨਿਕਲਣ। ਇਹ ਤ੍ਰੈ ਭੈਣੇ ਵੇਸ ਕਰ। ਮੈਨੂੰ ਦੱਸੋ ਕੋਈ ਐਸਾ ਸ਼ਬਦ, ਕੋਈ ਐਸੀ ਸਾਖੀ,
ਕੋਈ ਐਸਾ ਬਚਨ ਗੁਰੂ ਨਾਨਕ ਸਾਹਿਬ ਦਾ ਹੋਏਗਾ ਕਿ ਗੁਰੂ ਨਾਨਕ ਸਾਹਿਬ ਨੇ ਕਦੀ ਕੌੜਾ ਬੋਲਿਆ ਹੋਏਗਾ। ਜਿਨ੍ਹਾਂ ਨੇ ਵੱਟੇ ਮਾਰੇ ਆ ਗੁਰੂ ਸਾਹਿਬ ਤੇ ਕਹਿੰਦੇ ਆ ਤੁਸੀਂ ਵਸੇ ਰਹੋ, ਇਸ ਤੋਂ ਮਿੱਠਾ ਕੀ ਬਚਨ ਹੋਏਗਾ। ਜਿਨ੍ਹਾਂ ਨੇ ਕਬੂਲ ਬੋਲਿਆ, ਸਤਿਗੁਰੂ ਜੀ ਉਹਨਾਂ ਦਾ ਵੀ ਭਲਾ ਮਨਾਇੰਦੇ ਨੇ। ਸਤਿਗੁਰੂ ਜੀ ਉਹਨਾਂ ਨੂੰ ਵੀ ਕਹਿੰਦੇ ਠੀਕ ਹੈ ਭਾਈ, ਅਸੀਂ ਅੱਗੇ ਤੁਰਦੇ ਹਾਂ। ਭਾਵੇਂ ਉਹ ਦੁੱਧ ਦਾ ਲੋਟਾ ਭਰ ਕੇ ਲੈ ਕੇ ਆਏ, ਗੁਰੂ ਸਾਹਿਬ ਚੰਮੇਲੀ ਦਾ ਫੁੱਲ ਉੱਤੇ ਰੱਖ ਦਿੰਦੇ ਆ ਕਿ ਜਿਸ ਤਰ੍ਹਾਂ ਦੁੱਧ ਦੇ ਉੱਤੇ ਚੰਮੇਲੀ ਦਾ ਫੁੱਲ ਤਰ ਜਾਂਦਾ ਹੈ, ਠੀਕ ਹੈ, ਅਸੀਂ ਵੀ ਤਰ ਕੇ ਅੱਗੇ ਲੰਘ ਜਾਂਦੇ ਹਾਂ। ਬੜੇ ਭੇਤ ਨੇ ਉਹਦੇ। ਇਹਨੂੰ ਭਗਤ ਜੀ ਕਹਿੰਦੇ ਮੁੰਦਰਾ ਮੋਨ ਦਇਆ ਕਰ ਝੋਲੀ। ਕੋਈ ਖੱਪਰ ਬਾਹਰ ਦਾ ਦਾਨ ਵਾਸਤੇ ਨਹੀਂ, ਇੱਥੋਂ ਰੱਬ ਕੋਲੋਂ ਸੱਚੀ ਮੁੱਚੀ ਦਇਆ ਮੰਗੋ ਕਿ ਦੁਨੀਆ ਦੀ, ਮਨੁੱਖਤਾ ਦੀ, ਲੋਕਾਂ ਦੀ, ਆਲੇ ਦੁਆਲੇ ਦੇ ਦਿਖਦੇ ਪਸਾਰੇ ਉੱਤੇ ਜਿੰਨੀ ਕੁ ਦਇਆ ਸਾਡੇ ਅੰਦਰ ਪੈਦਾ ਹੋਏਗੀ, ਉਨਾ ਸਾਡਾ ਜੀਵਨ ਸਫਲ ਹੋਏਗਾ। ਸਖਤ ਦਿਲ ਨੂੰ ਰੱਬ ਨਹੀਂ ਮਿਲਦਾ। ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਸੀ ਪੰਡਿਤ ਹਰਦਿਆਲ ਨੂੰ? ਦਇਆ ਕਪਾਹ ਸੰਤੋਖ ਸੂਤ। ਕਪਾਹ ਕਿੰਨੀ ਕੋਮਲ ਹੁੰਦੀ ਹੈ ਭਾਈ, ਕਾਟਨ ਕਿੰਨੀ ਕੋਮਲ ਹੁੰਦੀ ਹੈ। ਆ ਦਇਆ ਇਹੋ ਜਿਹਾ ਹੋਏ ਮਨ ਤੁਹਾਡਾ, ਸਾਡੇ ਸਾਰਿਆਂ ਦਾ। ਜਿਵੇਂ ਕਪਾਹ ਹੈ ਨਾ, ਭਾਵੇਂ ਗੁਰੂ ਸਾਹਿਬ ਨੇ ਉਹਨਾਂ ਨੂੰ ਇਹ ਵਾਲੀ ਕਪਾਹ ਲੈ ਕੇ ਸੰਤੋਖ ਦਾ ਧਾਗਾ ਬਣਾਓ, ਜੱਤ ਦੀ ਗੰਢ ਪਾਓ, ਸੱਤ ਨੂੰ ਵੱਟੋ, ਤੇ ਗੁਰੂ ਸਾਹਿਬ ਵੈਸੇ ਇੱਕ ਸਿੰਬਲ ਹੈ। ਤੇ ਦਇਆ ਮਨ ਇੰਨਾ ਕੋਮਲ ਹੋਏ ਜਿਵੇਂ ਰੂਹ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਮੁਸਲਮਾਨ ਉਹ ਨਹੀਂ ਹੈ ਜਿਹੜਾ 5 ਵਕਤ ਦਾ ਨਿਮਾਜ਼ੀ ਹੈ, ਜਿਹੜਾ ਆਪਣੀ ਸ਼ਰ੍ਹਾ ਨੂੰ ਕਮਾਉਂਦਾ ਹੈ, ਜਿਹੜਾ ਗਿੱਟਿਆਂ ਤੋਂ ਉੱਤੇ ਪਜਾਮਾ ਪਾਉਂਦਾ ਹੈ, ਜਿਹੜਾ ਦਾੜੀ ਇੱਕ ਮੁੱਠ ਰੱਖ ਕੇ ਤੇ ਮੁੱਛਾਂ ਨੂੰ ਵੱਢਦਾ ਹੈ, ਜਿਹੜਾ 5 ਵਕਤ ਦੀ ਨਮਾਜ਼ ਨਹੀਂ। ਮੁਸਲਮਾਨ ਉਹ ਹੈ ਸਭ ਤੋਂ ਪਹਿਲਾਂ ਜਿਹਦਾ ਦਿਲ ਮੋਮ ਹੋ ਜਾਏ। ਮਹਾਰਾਜ ਕਹਿੰਦੇ ਜੇ ਦਿਲ ਹੀ ਸਖਤ ਹੈ ਭਾਈ, ਫਿਰ ਕਾਹਦੀ ਸੇਵਾ, ਫਿਰ ਕਾਹਦਾ ਕਿਸੇ ਨੂੰ ਦਿਖਾਵਾ ਕਿ ਮੈਂ ਬਹੁਤ ਸੇਵਾ ਕਰਦਾ ਮੈਂ। ਮਹਾਰਾਜ ਕਹਿੰਦੇ ਨਾ, ਦਇਆ ਕਰ ਝੋਲੀ, ਤੇਰੇ ਦਿਲ ਰੂਪੀ ਝੋਲੀ ਵਿੱਚ ਦਇਆ ਦੇ ਭੰਡਾਰ ਭਰੇ ਹੋਣ। ਆਪਣੇ ਖੁਦਾ, ਆਪਣੇ ਭਗਵਾਨ, ਆਪਣੇ ਇਸ਼ਟ ਕੋਲੋਂ ਦਇਆ ਮੰਗ ਕਿ ਸਤਿਗੁਰੂ ਜੀ ਜਿੰਨੀ ਦਇਆ ਮੇਰੇ ਹਿਰਦੇ 'ਚ ਪਾਓ ਉਨੀ ਘੱਟ ਹੈ, ਕਿਉਂਕਿ ਇੱਥੇ ਸੰਸਾਰ ਜਿੰਨਾ ਵੀ ਦਿਸ ਰਿਹਾ ਇਹ ਸਾਰਾ ਹੀ ਜ਼ਹਿਰੀ ਫਿਰੀ ਫਿਰਦਾ ਹੈ। ਚੰਗਾ ਕੋਈ ਨਹੀਂ ਇੱਕ ਦੂਸਰੇ ਦਾ ਲੋਚਦਾ ਹੈ। ਹਾਂ, ਜਿਹੜਾ ਬੁਰਾ ਵੀ ਮੰਗਣ ਆਏ ਮੈਂ ਉਹਦੇ ਤੇ ਵੀ ਦਇਆ ਕਰ। ਜਿਹੜਾ ਤੁਹਾਡਾ ਸੁਭਾਅ ਹੈ ਇਹ ਹੈ ਜੋਗੀ ਦੀ ਪਰਿਭਾਸ਼ਾ। ਮੁੰਦਰਾ ਮੋਨ ਦਇਆ ਕਰ ਝੋਲੀ, ਪੱਤਰ ਕਾ ਕਰੋ ਵਿਚਾਰੇ। ਪੱਤਰ ਜਿਹੜਾ ਖਾਸ ਰੂਪ ਦੇ ਵਿੱਚ ਅਸੀਂ ਇੱਕ ਤੁਕ ਗੁਰੂ ਨਾਨਕ ਸਾਹਿਬ ਦੀ ਹੋਰ ਲੈ ਲਈਏ ਜਪ ਬਾਣੀ ਵਿੱਚੋਂ, ਭੁਗਤ ਗਿਆਨ ਦਇਆ ਭੰਡਾਰਨ। ਇਹ ਜਿਹੜਾ ਭੁਗਤ ਗਿਆਨ ਹੈ ਨਾ, ਦਇਆ ਭੰਡਾਰਨ, ਜਿਹੜੇ ਜੋਗੀਆਂ ਦਾ ਭੰਡਾਰਾ ਲੱਗਦਾ ਹੈ ਨਾ, ਉਹ ਚੂਰਮਾ ਵੰਡਦੇ ਹੈ ਖਾਸ ਕਿਸਮ ਦਾ, ਤੇ ਉਹਨੂੰ ਪੱਤਲ ਦੇ ਵਿੱਚ ਪਵਾਇਆ ਜਾਂਦਾ ਤੇ ਉਹਨੂੰ ਜੋਗੀ ਲੋਕ, ਖਾਸ ਸਿਰਫ ਜੋਗੀ ਜਿਹੜੇ 11 ਪੰਥ ਦੇ ਉਹੀ ਛਕਦੇ ਨੇ। ਤੇ ਮਹਾਰਾਜ ਜੀ ਕਹਿੰਦੇ ਆ ਉਸ ਪੱਤਰ ਉੱਤੇ, ਜਾਂ ਕਬੀਰ ਸਾਹਿਬ ਜੀ ਕਹਿੰਦੇ ਉਸ ਪੱਤਰ ਉੱਤੇ ਕੋਈ ਸਾਡਾ ਭੰਡਾਰਾ ਨਹੀਂ ਹੈ, ਕੋਈ ਸਾਡਾ ਚੂਰਮਾ ਨਹੀਂ ਹੈ। ਜਿਹੜਾ ਸਾਡਾ ਪੱਤਰ ਉੱਤੇ ਚੂਰਮਾ ਹੈ ਉਹ ਗੁਰੂ ਦੇ ਸ਼ਬਦ ਦਾ ਵਿਚਾਰ ਹੈ, ਕੋਈ ਬਾਹਰ ਦਾ ਭੋਜਨ ਨਹੀਂ ਹੈ। ਜੇ ਗੁਰੂ ਦੇ ਸ਼ਬਦ ਦੀ ਸੱਚੀ ਵਿਚਾਰ ਤੁਹਾਡੇ ਕੋਲ ਜੋਗੀ ਹੈ ਤੇ ਆਓ ਉਹਨੂੰ ਬੈਠ ਕੇ ਛਕੀਏ। ਸੰਤ ਮਿਲਿਆ ਕਿਛ ਸੁਣੀਆਂ ਕਹੀ ਹੈ। ਜੇ ਤੁਹਾਡੇ ਕੋਲ ਨਹੀਂ ਹੈ ਪਹਿਲਾਂ ਤੁਸੀਂ ਸੁਣ ਲਓ, ਜੇ ਤੁਹਾਡੇ ਕੋਲ ਹੈ ਤੇ ਫਿਰ ਤੁਸੀਂ ਬੋਲ ਲੈਣਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਮੈਂ ਵੀ ਪਹਿਲਾਂ ਸੁਣਨ ਨੂੰ ਤਿਆਰ ਹਾਂ, ਫਿਰ ਮੈਂ ਦੱਸਾਂਗਾ। ਇਹਨੂੰ ਕਿਹਾ ਪੱਤਰ ਕਾ ਕਰੋ ਵਿਚਾਰ, ਕੋਈ ਭੁਗਤ ਗਿਆਨ ਦਿਆ ਭੰਡਾਰਨ, ਕਟਕਟ ਵਾਜਹਿ ਨਾਥ, ਆਪ ਨਾਥ ਨਾਥੀ ਸਭ ਜਾ ਕੇ ਰਿਤ ਸਿੱਧ ਅਵਰਾ ਸਾਧ। ਸਾਡੇ ਲਈ ਇਹ ਚੂਰਮੇ, ਇਹ ਰਿੱਧੀਆਂ ਸਿੱਧੀਆਂ, ਇਹ ਅਵਰਾ ਸਾਧ ਹੈ, ਕਿਉਂਕਿ ਇਹ ਸਾਡੇ ਘਰ ਦੇ ਵਿੱਚ ਪ੍ਰਵਾਨ ਨਹੀਂ ਹੈ, ਸਾਡੇ ਘਰ ਦੇ ਵਿੱਚ ਪ੍ਰਵਾਨ ਹੈ। ਆਓ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਆ ਪ੍ਰਵਾਨ ਹੈ ਭਾਈ। ਅੱਗੇ ਕਹਿੰਦੇ ਖਿੰਤਾ ਇਹ ਤਨ ਸੀਓ ਆਪਣਾ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਏ। ਜਿਹਦਾ ਮਨ ਗੁਰੂ ਦੇ ਸ਼ਬਦ ਦੇ ਨਾਲ ਸੀਪਿਆ ਗਿਆ, ਜਿਸ ਤਰ੍ਹਾਂ ਦੋ ਵੱਖਰੇ ਵੱਖਰੇ ਕੱਪੜੇ ਦਰਜੀ ਰੱਖ ਕੇ ਸੀ ਦਿੰਦਾ ਤੇ ਉਹ ਪੂਰਨ ਰੂਪ ਦੇ ਵਿੱਚ ਪਹਿਨਣ ਜੋਗੀ ਪੋਸ਼ਾਕ ਬਣ ਜਾਂਦੀ ਹੈ, ਇਸੀ ਤਰ੍ਹਾਂ ਮਨ ਤੇ ਸ਼ਬਦ ਜਿਸ ਦਿਨ ਸੀਪਿਆ ਜਾਏਗਾ ਉਸ ਦਿਨ ਸੱਚੀ ਮੁੱਚੀ ਪ੍ਰੇਮ ਪਟੋਲਾ ਗੁਰੂ ਦੇ ਸ਼ਬਦ ਦਾ ਤੇ ਆਪਣੀ ਮਨ ਦੀ ਸ਼ਰਧਾ ਦਾ ਬਣੇਗਾ। ਫਿਰ ਸ਼ੋਭਾ ਹੋਏਗੀ, ਫਿਰ ਪੱਤ ਢੱਕੀ ਜਾਏਗੀ। ਖਿੰਤਾ ਜਿਹੜਾ ਬਾਹਰ ਦਾ ਝੋਲਾ ਹੁੰਦਾ, ਖਿੰਤਾ ਇਹ ਤਨ ਸੀਓ ਆਪਣਾ, ਸ਼ਬਦ ਦੇ ਨਾਲ ਆਪਣਾ ਮਨ ਸੀ ਲਿਆ ਜਾਏ। ਨਾਮ ਕਰੋ ਆਧਾਰ ਰੇ, ਇਹੀ ਮੇਰਾ ਸੁੱਚਾ ਭੋਜਨ ਹੈ, ਜਿਹੜੇ ਮੇਰੀ ਆਤਮਾ ਦੀ ਖੁਰਾਕ ਹੈ ਜੀ। ਐਸਾ ਜੋਗ ਕਮਾਵੋ ਜੋਗੀ,
जप तप संजम गुरमुख भोगी रहाओ। गुरु बाबा जी सच्चे पातशाह गुरु नानक साहब महाराज जोग ना खिंता, जोग ना डंडा, जोग ना भस्म चढ़ाई है, जोग ना मुंडी मूंड मुंडाया, जोग ना सिंगी वाई है, ये नहीं है। जोग ना बाहर मणि मसाणी, जोग ना तीरथ नहाई है, ये भी नहीं प्रवान कि इस कि असी मसान बना लीए या असी अपने खास किस्म के यज्ञ करिए या भट्ठियां बालीए या अपने तन नूं तपाईए। जोग ना बाहर मणि मसाणी, जोग ना तीरथ नहाईए, जोग ना देश देसंतर भव्या। ये देश देसंतर दे विच भवना भी प्रवान नहीं है इस रूप दे विच। हाँ जे जोग है, नानक जीवतियां मर रही है, ऐसा जोग कमाई है। वाजे बाजो सिंगी वाजै तो निरभौ पद पाई है। नाम जपण लई अज यतन करना पैंदा है। गुरु नानक साहब कहते गृहस्थ दे विच जद नाम जाप सो अजपा जापे चल जाएगा, तुसी गृहस्थ दे अंदर ही भोग दे अंदर ही तुसी जोगी हो जाओगे। जोगी अंदर जोगिया, तू भोगी अंदर भोगिया, तेरा अंत ना पाया। सुरग मछ प्याल जियो, हों वारी हों वारनै कुर्बान तेरे नाव नू। क्योंकि तुद संसार उपाया, सिरै सिर धंधा लाया। देखै कीता अपना, कर कुदरत पासा ढाल जियो। कुदरत दा नहीं पता। असी कहने कुदरत अपना सुभाव नहीं बदल सकती, पर जे वह पार ब्रह्म परमेश्वर चाहे तो कुदरत का सुभाव भी बदल सकता है, बदल सकता है कब कुदरत का सुभाव भी। इस करके कुदरत का पासा वो रब ही जानता है। और इस गल नूं बड़ी असीमता दे नाल वरतो, असीमता दे नाल समझो। कबीर साहब कहते हैं कि भाई ऐसा जोग, केड़ा जोग है, कमावो जोगी। केड़ा जोग कि पहाड़ां ती कंदरां ते जाके सब कुछ त्याग के नहीं। जब तब संयम गुरमुख भोगी, गुरु दे सन्मुख गुरु दे शब्द का ध्यान मन विच जोड़ो ते हर किस्म के भोग जिहड़े गृहस्थ दे विच हुंदे है तुसी भोगो। भाव के खादा पैदा सब कुछ तिनका, खादा पैदा माया सब पवित है जो नाम हर राते। वो नाम दे विच रतिया जाए। उदम करेंदियां जियो तू कमावंदियां सुख पुंज, ध्यान दियां तू प्रभु मिल, नानक उतरी चिंत। ऐसा जोग कमाईए, इस जोग नूं कमाउण दी गुरमुख भोगी भाव गुरु दे सन्मुख रह के भोगां नूं भोगना जां भोगां नूं मानना, पर नाम नूं ना विसरना। यह है गुरमत दा जोग साधना रहाओ। बुद्ध विभूत चढ़ावो अपनी, सिंगी सुरत मिलाई। कर बैराग फिरो तन नगरी, मन की किंगुरी बजाई। बुद्ध विभूत, विभूत पिंडे ते नहीं चढ़ाउणी, गुरु दे शब्द की विभूति मन दे उत्ते चढ़ाइए, बुद्धि उत्ते चढ़ाइए। जे बुद्धि विपरीत हो जाए, पिंडे ते तन करोड़ां तरह के असी भेख कर लीए तो उसका फायदा की। करोड़ां तरह रूप भी असी रख लीए, बाहरों के असी जोगी बन रहे हैं, हाथ से माला भी पा लीए, सब कुछ कर लीए, सादे बस्तर भी पा लीए। कबीर साहब तो यही कहते हैं ना, माथे तिलक हथ माला बाना, लोकन राम खिलौना जाना खिडौना थोड़ी है, न्याणियां दा छणकना थोड़ी है कि अज फड़ लिया तो दूसरा कोई होर चीज़ चंगी लगी, वो छणकना न्याणा ऐ सुटदा, रो के कहंदा मैनू ये नहीं चाहिए, मैनू वो चाहिए। महाराज कहते ऐसे धर्म का की फायदा, अज जो भेख किया कल किसी होर दा भेख दे के अपने पिंडे उत्ते वो पा लिया। ये थोड़ी खिडौना थोड़ी है रब का नाम। इस करके बुद्ध विभूत चढ़ावो अपनी, अपनी बुद्धि के उत्ते गुरु के शब्द की विभूति मलो। सिंगी सुरत मिलाई, बारों हिरन का सिंह लैके सिंगी नहीं बजाई जाती, बारों सिंह नूं खोखला करके एक आवाज़ तूर की आवाज़ कढ़नी, बारों नहीं, अपने अंदर गुरु के शब्द दे नाम की सिंगी बजे। नाम का स्वास स्वास सिमरन यही तूर है, यही सिंगी बजनी है। कर बैराग फिरों तन नगरी, मन की किंगुरी बजाई। बैराग होके बाहर नहीं फिरना भाई, पहले अपने मन नाल अपने शरीर की जानकारी लईए, अपने शरीर नूं देखिए, अपने शरीर नूं टिकाइए। कर बैराग फिरों तन नगरी, तन रूपी नगरी दे विच मन नूं टिकाइए, मन का सफर करिए। मन की किंगुरी बजाई, यह है अंदर दे शब्द दा अजपा जाप जिहड़ी सदा ही मन विच वजदी है जे। पंच तत् लै हृदय राखो, रहे निरालम तारी। कहत कबीर सुनो रे संतो, धर्म दया कर बाणी।
ਪੰਜਾਂ ਤੱਤਾਂ ਦਾ ਸਰੀਰ ਬਣਿਆ ਤੇ ਕਬੀਰ ਸਾਹਿਬ ਦਾ ਇੱਕ ਬਚਨ ਹੈ, ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਐਸੀ ਰਹਿਤ ਰਹੋ ਹਰ ਪਾਸਾ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਇੰਨੀ ਕਿਰਪਾ ਹੈ, ਇੰਨਾ ਤਰਸ ਗੁਰੂ ਸਾਹਿਬਾਨਾਂ ਨੇ ਕੀਤਾ। ਜੇ ਭਗਤਾਂ ਦੀ ਬਾਣੀ ਚੱਕ ਕੇ ਵੀ ਲਿਆਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਕਿੱਥੋਂ ਕਿੱਥੋਂ ਜਾ ਕੇ ਲੈ ਕੇ ਆਏ। ਭਾਉ ਤੇਰਾ ਭਾਂਗ ਖਲਣੀ ਮੇਰਾ ਚੀਤ ਮੈਂ ਦਿਵ ਤਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਗੁਰੂ ਨਾਨਕ ਇਹ ਸ਼ਬਦ ਦੀ ਭੀਖਿਆ ਲੈ ਕੇ ਆਏ, ਆਪ ਦੱਸਦੇ। ਜੇ ਇਹ ਥਾਲ ਪਰੋਸਿਆ, ਜੇ ਇੱਕ ਇੱਕ ਬਚਨ, ਹੁਣ ਪੰਜ ਤੱਤ ਦੀ ਰਹਿਤ ਨੂੰ ਭਗਤਾਂ ਦੀ ਬਾਣੀ 'ਚ ਖੋਲਿਆ ਨਹੀਂ ਜਾ ਸਕਦਾ। ਗੁਰੂ ਅਰਜਨ ਸਾਹਿਬ ਜੀ ਨੇ ਪੰਜ ਤੱਤ ਦੀ ਰਹਿਤ ਨੂੰ ਸੁਖਮਨੀ ਸਾਹਿਬ ਦੇ ਵਿੱਚ ਖੋਲ ਕੇ ਰੱਖ ਦਿੱਤਾ ਹੈ। ਹੁਣ ਜੇ ਕਬੀਰ ਸਾਹਿਬ ਕਹਿੰਦੇ ਆ ਪੰਜ ਤੱਤ ਲੈ ਹਿਰਦੈ ਰੱਖੋ, ਹੁਣ ਇਹਦਾ ਅਰਥ ਤੇ ਸਮਝ ਨਹੀਂ ਆਏਗਾ ਕਿ ਪੰਜ ਤੱਤ ਕੀ, ਟੀਕੇ ਵਾਲਿਆਂ ਨੇ ਸਿੱਧੇ ਅਰਥ ਕਰਤੇ ਕਿ ਪੰਜ ਤੱਤ ਬਣਾਉਣ ਵਾਲਾ ਰੱਬ ਉਹਨੂੰ ਹਿਰਦੇ, ਨਹੀਂ। ਬਾਣੀ ਤੋਂ ਬਾਣੀ ਖੁੱਲੇਗੀ। ਜੇ ਕਬੀਰ ਸਾਹਿਬ ਦਾ ਇਹ ਸ਼ਬਦ ਪੜੋਗੇ, ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ। ਅਪ ਕਹਿੰਦੇ ਪਾਣੀ, ਬਾਏ ਕਹਿੰਦੇ ਹਵਾ, ਤੇਜ ਕਹਿੰਦੇ ਅੱਗ, ਪ੍ਰਿਥਵੀ ਅਰਥ, ਈਦਰ ਆਕਾਸ਼ ਪੰਜਵਾਂ ਜਿਹਨੂੰ ਆਪਾਂ ਸਕਾਈ ਕਹਿੰਦੇ ਆ। ਇਹ ਪੰਜ ਤੱਤ ਤੋਂ ਸਰੀਰ ਬਣਿਆ। ਐਸੀ ਰਹਿਤ ਰਹੋ ਹਰ ਪਾਸਾ। ਇਹ ਪੰਜ ਤੱਤ ਸਾਧੇ ਜਾਣ। ਤੇ ਕਿਵੇਂ ਸਾਧੇ ਜਾਣਗੇ? ਗੁਰੂ ਸਾਹਿਬ ਦੱਸਦੇ ਨੇ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਨੇ ਜਿਵੇਂ ਸਾਧ ਲਏ। ਕਿਵੇਂ ਸਾਧ ਲਏ? ਉਹਨੇ ਧਰਤੀ ਕਿਵੇਂ ਸਾਧੀ ਹੈ? ਕਹਿੰਦੇ ਜੇ ਧਰਤੀ ਦੇ ਉੱਤੇ ਕੋਈ ਚੰਦਨ ਲੇਪ ਕਰਦੇ ਤੇ ਭਾਵੇਂ ਕੋਈ ਕਈ ਲੈ ਕੇ ਕੋਈ ਉਹਨੂੰ ਪੱਟਣ ਲੱਗ ਜੇ, ਪੱਟਣ ਵਾਲੇ ਨੂੰ ਧਰਤੀ ਸ਼ਰਾਪ ਨਹੀਂ ਦਿੰਦੀ ਤੇ ਲੇਪਣ ਕਰਨ ਵਾਲੇ ਨੂੰ ਧਰਤੀ ਕੋਈ ਵਰਦਾਨ ਨਹੀਂ ਦੇ ਦਿੰਦੀ। ਧਰਤੀ ਇੱਕੋ ਜਿਹੀ ਹੈ, ਇੱਕੋ ਹੀ ਹੈ ਜਿਹਨੂੰ ਮਾਤਾ ਧਰਤ ਮਹਤ ਕਿਹਾ। ਕੋ ਬਸਦਾ ਕੋ ਖੁਦ ਹੈ, ਕੋ ਚੰਦਨ ਲੇਪ, ਕਿਉਂਕਿ ਬ੍ਰਹਮ ਗਿਆਨੀ ਕਹਿ ਧੀਰਜ ਏਕ। ਜਿਸ ਤਰ੍ਹਾਂ ਧਰਤੀ ਦਾ ਧੀਰਜ ਹੈ, ਸਿੱਖ ਦਾ ਧੀਰਜ ਵੀ। ਕੋਈ ਮਾਣ ਕਰ ਜੇ ਚੰਦਨ ਦਾ ਲੇਪ, ਤੇ ਕੋਈ ਭਾਵੇਂ ਅਪਮਾਨ ਕਰ ਜੇ, ਕੁਛ ਨਹੀਂ, ਧੀਰਜ ਏਕ ਹੈ। ਇਹ ਹੈ ਰਹਿਤ। ਹੁਣ ਜਿਸ ਤਰ੍ਹਾਂ ਪਵਨ, ਹਵਾ ਦੀ ਰਹਿਤ ਕੀ ਹੈ? ਹਵਾ ਇਹ ਨਹੀਂ ਦੇਖਦੀ ਅਮੀਰ ਹੈ ਜਾਂ ਗਰੀਬ ਹੈ, ਭਿਖਾਰੀ ਹੈ ਜਾਂ ਰਾਜਾ ਹੈ, ਉਹਨੇ ਬਰਾਬਰ ਹੀ ਲੱਗਣਾ। ਉਹਨੇ ਬਿਲਕੁਲ ਸਾਰਿਆਂ ਦੇ ਉੱਤੇ ਇੱਕੋ ਜਿਹੀ। ਹਵਾ ਜਦ ਵਗਦੀ ਹੈ ਤੇ ਰਾਜਾ ਤੇ ਰੰਕ ਸਮਾਨ ਕਿਹਾ ਗੁਰੂ ਅਰਜਨ ਸਾਹਿਬ ਜੀ ਨੇ। ਤੇ ਭਾਈ ਸਿੱਖ ਦਾ ਵੀ ਹਿਰਦਾ ਗਰੀਬ ਤੇ ਅਮੀਰ ਲਈ ਸਮਾਨ ਜਾ ਹੋਏ। ਇਹ ਨਹੀਂ ਕਿ ਜੇ ਅਮੀਰ ਮਿਲ ਜਾਏ ਉਹਦੇ ਅੱਗੇ ਝੁਕ ਜਾਏ, ਗਰੀਬ ਮਿਲ ਜਾਏ ਤੇ ਉਹਨੂੰ ਕੌੜੇ ਬਚਨ ਬੋਲਦੇ, ਉਹਦੇ ਤੇ ਧੱਕਾ ਕਰਦੇ। ਇਹ ਰਹਿਤ ਹੈ। ਹੁਣ ਇਹਨੂੰ ਜੇ ਖੋਲਣ ਲੱਗੀਏ ਤੇ ਬੜੀ ਲੰਬੀ ਕਥਾ ਚੱਲ ਜਾਏਗੀ। ਪੰਜਾਂ ਦੇ ਪੰਜਾਂ ਤੱਤਾਂ ਦਾ ਜ਼ਿਕਰ ਸਤਿਗੁਰੂ ਜੀ ਨੇ ਇਸ ਅਸ਼ਟਪਦੀ ਦੇ ਵਿੱਚ ਕੀਤਾ ਹੈ। ਮਨ ਸਾਚਾ ਮੁਖ ਸਾਚਾ, ਬ੍ਰਹਮ ਗਿਆਨੀ ਵਾਲੀ ਅਸ਼ਟਪਦੀ ਦਾ ਪਹਿਲਾ ਪਦਾ ਪੜ੍ਹ ਲਓ। ਪੰਜੇ ਰਹਿਤ ਸਤਿਗੁਰੂ ਜੀ ਨੇ ਦੱਸ ਦਿੱਤੀ। ਪਾਣੀ ਦੀ ਰਹਿਤ ਕੀ ਹੁੰਦੀ ਹੈ, ਹਵਾ ਦੀ ਰਹਿਤ ਕੀ ਹੁੰਦੀ ਹੈ, ਧਰਤੀ ਦੀ ਰਹਿਤ ਕੀ ਹੈ, ਆਕਾਸ਼ ਦੀ ਰਹਿਤ ਕੀ ਹੈ। ਸਾਰਿਆਂ ਦੇ ਉੱਤੇ ਇੱਕੋ ਜਿਹਾ ਤਨਿਆ ਹੋਇਆ, ਸਭ ਦੇ ਲਈ ਬਰਾਬਰ ਹੈ। ਬ੍ਰਹਮ ਗਿਆਨੀ ਦਾ ਹਿਰਦਾ ਸਭ ਲਈ ਬਰਾਬਰ ਹੈ। ਕਬੀਰ ਸਾਹਿਬ ਕਹਿੰਦੇ ਪੰਜ ਤੱਤ ਲੈ ਹਿਰਦੈ ਰੱਖੋ। ਇਹ ਵਾਲੀ ਰਹਿਤ ਦ੍ਰਿੜ ਹੋ ਜਾਏਗੀ ਹਿਰਦੇ ਦੇ ਵਿੱਚ, ਜਿਸ ਤਰ੍ਹਾਂ ਪੰਜ ਤੱਤ ਨੇ ਰਹਿ ਨਿਰਾਲਮ ਤਾੜੀ। ਤਾਈਓ ਜੋਗੀ ਜੀ ਤੁਸੀਂ ਸੱਚੀ ਤਾੜੀ, ਸੱਚਾ ਧਿਆਨ ਲਾ ਸਕਦੇ ਹੋ ਸੁਰਤ ਦਾ, ਨਿਰਾਲਮ ਹੋ ਕੇ, ਬਿਲਕੁਲ ਨਿਰਲੇਪ ਹੋ ਕੇ। ਕਹਿਤ ਕਬੀਰ ਸੁਨੋਰੇ ਸੰਤੋ ਧਰਮ ਦਇਆ ਕਰ ਬਾੜੀ। ਇਹ ਬਾੜੀ ਬਣਾਓ, ਇਹ ਤੁਸੀਂ ਕਿਆਰੀਆਂ ਬਣਾਓ, ਜਿਸ ਕਿਆਰੀਆਂ ਦੇ ਵਿੱਚ ਨਾਮ ਰੂਪੀ ਅੰਮ੍ਰਿਤ ਨੂੰ ਟਿਕਾਉਣਾ ਹੈ। ਇਹ ਬਾਹਰ ਦਾ ਤੁਸੀਂ ਭੇਖ ਜਿਹੜਾ ਕਰਦੇ ਹੋ, ਇਹ ਪ੍ਰਮਾਣ ਨਹੀਂ ਹੈ। ਸੰਤ ਜਨੋ ਧਰਮ ਤੇ ਦਇਆ ਆਪਣੇ ਹਿਰਦੇ ਵਿੱਚ ਇੰਨੀ ਦ੍ਰਿੜ ਕਰ ਲਓ। ਸਾਰੇ ਸ਼ਬਦ ਦਾ ਨਿਚੋੜ ਹੀ ਧਰਮ ਕਮਾਉਣਾ ਤੇ ਦਇਆ ਇਕੱਠੀ ਕਰਨੀ ਹੈ। ਇਹੀ ਬਾੜੀ ਹੈ, ਇਹਦੇ ਅੰਦਰ ਹੀ ਨਾਮ ਦਾ ਬੀਜ ਉੱਗੇਗਾ। ਜੇ ਹਿਰਦੇ 'ਚ ਦਇਆ ਨਹੀਂ ਹੈ, ਜੇ ਸੱਚਾ ਧਰਮ ਨਹੀਂ ਹੈ, ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਬੀਜ ਦੇ ਛੱਟੇ ਦੇ ਲਓ, ਬੀਜ ਪੁੰਗਰੇਗਾ ਨਹੀਂ ਜੀ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਭਵ ਨਿਧ ਤਰਨ ਤਾਰਨ ਚਿੰਤਾ ਮਨ, ਇਕ ਨਿਮਖ ਨਾ ਇਹ ਮਨ ਲਾਇਆ। ਕਵਨ ਕਾਜ ਸਿਰਜੇ ਜਗ ਭੀਤਰ, ਇਹ ਹੈ ਜੀ 8ਵਾਂ ਸ਼ਬਦ ਭਗਤ ਕਬੀਰ ਜੀ ਦਾ। ਕਿਸ ਕਾਜ ਲਈ ਅਸੀਂ ਧਰਤੀ ਤੇ ਆਏ ਹਾਂ ਸਾਨੂੰ ਪਤਾ ਨਹੀਂ ਲੱਗਿਆ ਅਜੇ ਤੱਕ, ਨਾ ਪਤਾ ਲੱਗੇਗਾ ਜਿਸ ਤਰ੍ਹਾਂ ਦਾ ਜੀਵਨ ਅਸੀਂ ਬਤੀਤ ਕਰੇ। ਹਾਂ, ਜੇ ਸ਼ਬਦ ਗੁਰਸੰਗਤ ਵਿੱਚ ਜੁੜ ਗਏ ਹਾਂ, ਹੌਲੀ ਹੌਲੀ ਮਨ ਟਿਕਦਾ ਹੈ, ਮਨ ਨੂੰ ਪਤਾ ਲੱਗਦਾ ਕਿ ਕੀ ਕਾਜ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਿਸ ਕਾਜ ਲਈ ਆਏ? ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ। जहाँ तहाँ तुम धर्म बिथारो, दुष्ट दोखियन पकड़ पछारो। यही काज धरा हम जन्मंग, समझ लियो साधु
ਮਨ ਮਨ ਮੰਗ। ਸਾਰੇ ਸਮਝ ਲਓ, ਸੰਤ ਉਬਾਰਨ ਦੁਸ਼ਟ, ਸੰਤ ਉਬਾਰਨ, ਸੰਤਾਂ ਨੂੰ ਉਬਾਰਨ ਆਇਆ, ਦੁਸ਼ਟ ਪਛਾਰਨ, ਤੇ ਜਿੰਨੇ ਵੀ ਦੁਸ਼ਟ ਨੇ ਸਾਰਿਆਂ ਨੂੰ ਖਤਮ ਕਰਨ ਆਇਆ। ਯਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਮਨ ਮਨ ਮੰਗ। ਕਹਿੰਦੇ ਆਪਣੇ ਮਨ ਦੇ ਵਿੱਚ ਦ੍ਰਿੜ ਕਰਕੇ ਇਹ ਸਮਝ ਲਓ, ਕਹਿੰਦੇ ਇਸ ਧਰਤੀ ਦੇ ਉੱਤੇ ਸਾਡੇ ਆਉਣ ਦਾ ਮਨੋਰਥ ਹੈ। ਜਿਹੜੇ ਬੰਦਗੀ ਕਰਨ ਵਾਲੇ ਹੈ ਉਹਨਾਂ ਨੂੰ ਛਤਰ ਛਾਇਆ ਦੇਣਾ, ਤੇ ਜਿਹੜੇ ਦੁਸ਼ਟ ਨੇ ਉਹਨਾਂ ਦੀ ਜੜ੍ਹਾਂ ਨੂੰ ਵੱਢ ਕੇ ਰੱਖ ਦੇਣਾ। ਔਰ ਸਤਿਗੁਰੂ ਜੀ ਕਹਿੰਦੇ ਬਿਲਕੁਲ ਇਹੀ ਕੰਮ ਗੁਰਸਿੱਖ ਦਾ ਹੋਣਾ ਚਾਹੀਦਾ। ਜੇ ਮਨ, ਕੱਲ ਪੜ੍ਹ ਕੇ ਆਏ ਆ ਕਬੀਰ ਸਾਹਿਬ ਕੀ ਕਹਿੰਦੇ, ਸੰਤਾਂ ਮਾਨੋ ਦੂਤਾਂ ਡਾਨੋ। ਸੰਤ ਜਨਾਂ ਨੂੰ ਤੁਸੀਂ ਸਤਿਕਾਰ ਦਿਓ ਤੇ ਮਨ ਦੇ ਅੰਦਰ ਦੇ ਵਿਕਾਰਾਂ ਨੂੰ ਤੁਸੀਂ ਰੋਕੋ, ਉਹਨਾਂ ਨੂੰ ਦੰਡ ਦਿਓ। ਇਹੀ ਹੈ ਕਵਨ ਕਾਜ ਸਿਰਜੇ ਜਗ ਭੀਤਰ। ਜੇ ਆਪਣੇ ਵਿਕਾਰਾਂ ਤੇ ਹੀ ਨਹੀਂ ਅਸੀਂ ਫਤਿਹ ਪਾਈ ਤੇ ਅਸੀਂ ਕਹਿੰਦੇ ਹਾਂ ਅਸੀਂ ਇਹ ਵੀ ਕਰ ਲਿਆ, ਇਹ ਵੀ ਕਰ ਲਿਆ, ਮਹਾਰਾਜ ਕਹਿੰਦੇ ਸੁੱਖ ਨਹੀਂ ਮਿਲਿਆ। ਜਨਮ ਕਵਨ ਫਲ ਪਾਇਆ, ਜੀਵਨ ਦਾ ਫਲ ਕੀ ਪਾਇਆ, ਕੀ ਪ੍ਰਾਪਤ ਕੀਤਾ। ਤਾਈਓ ਗੁਰੂ ਨਾਨਕ ਸਾਹਿਬ ਕਹਿੰਦੇ ਵਿੱਚ ਦੁਨੀਆ ਕਾਹੇ, ਕਿਉਂ ਆਇਆ ਤੂੰ ਦੁਨੀਆ ਦੇ ਵਿੱਚ, ਇਹਦਾ ਮਨੋਰਥ ਤੈਨੂੰ ਪਤਾ ਹੈ। ਮਹਾਰਾਜ ਜੀ ਅੱਗੇ ਕਹਿੰਦੇ ਭਵਨਿਤ ਤਰਨ ਤਾਰਨ ਚਿੰਤਾ ਮਨ ਭਗਤ ਕਬੀਰ ਜੀ, ਕਿ ਇਸ ਭਵ ਸਾਗਰ ਤੋਂ ਤਰਨ ਤਾਰਨ ਦਾ ਇੱਕੋ ਇੱਕ ਤਰੀਕਾ ਹੈ ਗੁਰੂ ਸੰਗਤ ਤੇ ਗੁਰੂ ਦਾ ਸ਼ਬਦ ਬਾਣੀ। ਤੇ ਇਹ ਚਿੰਤਾ ਮਨ ਹੈ, ਚਿੰਤਾ ਨੂੰ ਖਤਮ ਕਰਨ ਵਾਲੀ ਮਨੀ ਹੈ, ਇਹ ਦਾਤ ਹੈ। ਇੱਕ ਨਿਮਖ ਨਾ ਇਹ ਮਨ ਲਾਇਆ, ਹੋਰ ਪਾਸੇ ਤੇ ਮਨ ਸਾਰੇ ਪਾਸੇ ਤੂੰ ਲਾਇਆ, ਪਰ ਰੱਬ ਦੇ ਨਾਮ ਦੇ ਵਿੱਚ ਇੱਕ ਖਿਨ ਵੀ ਮਨ ਨੂੰ ਨਹੀਂ ਜੋੜਿਆ ਜੀ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜਿਉ ਪਿੰਡ ਥਾ ਦਿਆ, ਤਿਨ ਕੀ ਪਾਓ ਤਿਸ ਕੀ ਪਾਓ, ਭਗਤ ਨਹੀਂ ਸਾਧੀ ਰਹਾਓ। ਇਹ ਅਪਰਾਧ ਕਰ ਰਹੇ ਹਾਂ ਅਸੀਂ ਜੀਵਨ ਦੇ ਵਿੱਚ, ਇਹ ਅਪਰਾਧ ਕਰ ਰਹੇ ਹਾਂ। ਸਤਿਗੁਰੂ ਜੀ ਕਹਿੰਦੇ ਨਿੰਦਾ ਚੁਗਲੀ ਦੁਐਸ਼ ਈਰਖਾ ਹੋਰ ਜਿੰਨੇ ਵੀ ਬਾਹਰ ਦੇ ਵਿਕਾਰ ਨੇ, ਇਹਨਾਂ ਦੇ ਵਿੱਚ ਆਪਣਾ ਮਨ ਵੇਦ ਰਿਹਾ, ਮਨ ਵਿੰਨਿਆ ਜਾ ਰਿਹਾ, ਪਰ ਗੁਰੂ ਦੇ ਸ਼ਬਦ ਦਾ ਇੱਕ ਅੱਖਰ ਵੀ ਮਨ ਦੇ ਵਿੱਚ ਨਹੀਂ ਵਸ ਰਿਹਾ। ਜੇ ਸਾਹਿਬ ਜੀ ਕਹਿੰਦੇ ਵਸਾ ਲੋ ਨਾ ਕਿਨਕਾ ਏਕ, ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਕਾਂਖੀ ਇੱਕ ਹੈ ਦਰਸ ਦੁਹਾਰੋ। ਕਾਂਖੀ ਦਾ ਮਤਲਬ ਹੁੰਦਾ ਹੈ ਨੀਮਬਾਜ਼ ਅੱਖਾਂ, ਅੱਧ ਖੁੱਲੀਆਂ ਤੇ ਅੱਧ ਮਿੱਟੀਆਂ। ਜੇ ਮਾੜਾ ਜਿਹਾ ਵੀ ਦਰਸ ਹੋ ਜਾਏ ਨਾ, ਬਿਲਕੁਲ ਜੀ ਬਿਲਕੁਲ, ਚਤੁਰ ਦਿਸ਼ਾ ਕੀਨੋ ਬਲ, ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਜੇ ਇੰਨਾ ਵੀ ਦਰਸ ਹੋ ਜਾਏ ਰੱਬ ਦਾ, ਕਾਂਖੀ ਇੱਕ ਹੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਉਧਾਰ ਹੋ ਜਾਏਗਾ ਸਤਸੰਗੀਆਂ ਦੇ ਵਿੱਚ ਬੈਠ ਕੇ। ਪਰ ਗੋਬਿੰਦ ਹਮ ਐਸੇ ਅਪਰਾਧੀ, ਇਹ ਅਪਰਾਧ ਕਰ ਰਹੇ ਹਾਂ। ਜਿਨ ਪ੍ਰਭ ਜੀਓ ਪਿੰਡ ਥਾ ਦਿਆ, ਜਿਹਨੇ ਜੀਓ ਦਿੱਤਾ, ਪਿੰਡ ਦਿੱਤਾ, ਸਭ ਕੁਝ ਦਿੱਤਾ। ਗੁਰੂ ਰਾਮਦਾਸ ਜੀ ਤੇ ਇਹੀ ਕਹਿੰਦੇ ਆ ਨਾ ਕਿ ਭਾਈ ਜੇ ਜੀਓ ਪਿੰਡ ਨਕ ਮੁਖ ਦਿਆ, ਬਰਤਨ ਕੋ ਪਾਣੀ ਅਨ ਖਾਣਾ, ਕੱਪੜ ਪਹਿਨਣ ਦਿਆ, ਅਨ ਰਸ ਭੋਗਾਣੀ। ਕਿੰਨੇ ਤਰ੍ਹਾਂ ਦੇ ਰਸ ਦਿੱਤੇ। ਜਿਨ ਦੀਏ ਸੋ ਚਿਤ ਨਾ ਆਵੇ, ਉਹ ਚੇਤੇ ਨਹੀਂ ਆਇਆ। ਜਿਨ ਪ੍ਰਭ ਜੀਓ ਪਿੰਡ ਥਾ ਦਿਆ, ਤਿਸ ਕੀ ਭਾਓ ਭਗਤ ਨਹੀਂ ਸਾਦੀ। ਉਹਦਾ ਸ਼ੁਕਰਾਨਾ ਨਹੀਂ ਕੀਤਾ, ਉਹਦੇ ਵਿੱਚ ਮਨ ਨਹੀਂ ਟਿਕਾਇਆ। ਜੇ ਇਹ ਕੁਝ ਦੇਣ ਵਾਲਾ ਵੀ ਉਹ ਹੈ ਤੇ ਇਹਨੂੰ ਸਵਾਰਨ ਵਾਲਾ ਵੀ ਇਹ ਉਹੀ ਰੱਬ ਹੈ। ਇਸ ਤਨ ਨੂੰ ਤੇ ਇਸ ਮਨ ਦਾ ਜੀਵਨ ਸਫਲ ਕਰਨ ਵਾਲਾ ਵੀ ਉਹਦਾ ਨਾਮ ਹੈ ਰਹਾਓ। ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ। ਆਵਾਗਮਨ ਹੋਤ ਹੈ ਫੁਨ ਫੁਨ, ਇਹ ਪਰ ਸੰਗ ਨਾ ਟੂਟੈ। ਪਰ ਤਨ ਪਰ ਧਨ, ਪਰ ਧਨ ਪਰ ਤਨ, ਦੋ ਚੀਜ਼ਾਂ। ਇੱਕ ਪਰਾਇਆ ਧਨ ਵਿੱਚ ਸਾਡੀ ਅੱਖ ਹੈ ਤੇ ਪਰਾਏ ਤਨ ਦੀ ਲਾਲਸਾ। ਪਰ ਧਨ ਪਰ ਤਨ, ਪਰਤੀ ਨਿੰਦਾ, ਇਹਨੂੰ ਪਰਤੀ ਵੱਖਰਾ ਵੱਖਰਾ ਨਹੀਂ ਪੜ੍ਹਨਾ। ਪਰਤੀ ਨਿੰਦਾ ਜਿਵੇਂ ਭਾਈ ਸਾਹਿਬ ਪੜ੍ਹ ਕੇ ਗਏ ਨੇ ਉਵੇਂ ਹੀ ਪੜ੍ਹਨਾ। ਪਰਤੀ ਦਾ ਮਤਲਬ ਪਰਾਏ ਦੀ, ਪਰ ਕੀ, ਇਹਨੂੰ ਗੁਰੂ ਅਰਜੁਨ ਸਾਹਿਬ ਜੀ ਦਾ ਇੱਕ ਸ਼ਬਦ ਹੈ, ਪਰ ਧਨ ਪਰ ਤਨ ਪਰ ਕੀ ਨਿੰਦਾ, ਪਰ ਅਪਵਾਦ ਨਾ ਛੂਟੈ। ਇੱਥੇ ਪਰਤੀ ਆਇਆ, ਉੱਥੇ ਗੁਰੂ ਅਰਜੁਨ ਸਾਹਿਬ ਨੇ ਪਰ ਕੀ ਵਰਤਿਆ। ਅਰਥ ਇੱਕੋ ਹੀ ਨੇ, ਪਰਾਏ ਦੀ, ਪਰਾਇਆਂ ਦੀ ਤੇ ਪਰਾਇਆਂ ਕੀ, ਇਸ ਕਰਕੇ ਪਰਤੀ ਨੂੰ ਵਰਤਿਆ ਗਿਆ। ਇਹਨੂੰ ਹੀ ਭਗਤ ਜੀ ਕਹਿੰਦੇ ਆ। ਕਹਿੰਦੇ ਦੋ ਚੀਜ਼ਾਂ ਜੇ ਮਨੁੱਖ ਤਿਆਗ ਦੇ ਨਾ, ਇੱਕ ਪਰ ਧਨ ਤੇ ਇੱਕ ਪਰ ਤਨ, ਤੇ ਜੀਵਨ ਬੜਾ ਸਫਲ ਹੋ ਜਾਏਗਾ। ਉਸ ਹਿਰਦੇ ਦੇ ਵਿੱਚ ਰੱਬ ਪ੍ਰਗਟ ਹੋ ਜਾਏਗਾ।
ਤੇ ਜਿਹੜੇ ਇਹ ਦੋ ਚੀਜ਼ ਨਹੀਂ ਤਿਆਗਦੇ ਉਹਨਾਂ ਦਾ ਫਿਰ ਦਰਸ਼ਨ ਵੀ ਨਹੀਂ ਕਰਨਾ। ਉਹਦਾ ਜ਼ਿਕਰ ਹੈ, ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੂੰ ਦਰਸ਼ਨਾ। ਪਰ ਧਨ ਪਰ ਦਾਰਾ ਪਰ ਹਰੀ। ਪਰਾਇਆ ਧਨ ਤੇ ਪਰਾਇਆ ਤਨ ਜਿਹੜਾ ਆਪਣੇ ਮਨ ਵਿੱਚੋਂ ਪਰਾਂ ਕਰ ਦਿੰਦਾ, ਹਰੀ ਦਾ ਨਾਮ ਹਿਰਦੇ ਵਿੱਚ ਟਿਕਾ ਲੈਂਦਾ, ਦ੍ਰਿੜ ਕਰ ਲੈਂਦਾ, ਤਾਕੈ ਨਿਕਟ ਵਸੈ ਨਰ ਹਰੀ। ਉਹਦੇ ਹੀ ਹਿਰਦੇ ਦੇ ਵਿੱਚ ਪ੍ਰਭੂ ਵਸੇਗਾ, ਨਾਮਦੇਵ ਜੀ ਕਹਿੰਦੇ। ਇੱਥੇ ਵੀ ਇਹ ਯਤਨ ਹੈ, ਇਹੀ ਯੋਗ ਹੈ, ਇਹੀ ਜਪ ਹੈ, ਇਹੀ ਸਿੱਖ ਦਾ ਤਪ ਹੈ, ਇਹੀ ਸਾਧਨਾ ਹੈ। ਹੋਰ ਕੋਈ ਪਰਪੰਚ ਨਹੀਂ ਹੈ ਸਾਡਾ। ਅੰਦਰੋਂ ਮਨ ਨੂੰ ਇਹਨਾਂ ਵਿਕਾਰਾਂ ਤੋਂ ਬਚਾ ਲਈਏ। ਪਰ ਧਨ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੈ। ਪਰ ਕੀ ਕਰੀਏ, ਅਪਰਾਧੀ ਹੈਗੇ ਆ। ਪਰ ਅਪਵਾਦ ਕਹਿੰਦੇ ਆ ਪਰਾਈ ਈਰਖਾ, ਦੂਸਰੇ ਦੀ ਜੈਲਸ, ਦੂਸਰੇ ਨੂੰ ਵੇਖ ਕੇ ਜੈਲਸ ਕਰਨਾ, ਇਹ ਹਟਦਾ ਹੀ ਨਹੀਂ ਮਨ। ਆਵਾਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੂਟੈ। ਆਵਾਗਮਨ ਜਨਮ ਮਰਨ ਸਦਾ ਹੀ ਆਤਮਕ ਮੌਤ ਜੀਵਨ ਹੁੰਦਾ ਹੈ। ਫਿਰ ਰੋਜ਼ ਸਵੇਰੇ ਉੱਠਦੇ ਹਾਂ, ਅੱਜ ਨਾਮ ਜਪਾਂਗੇ, ਅੱਜ ਜਪਾਂਗੇ। ਪਰ ਨਿੰਦਾ ਚੁਗਲੀ, ਇਹ ਈਰਖਾ, ਇਹ ਪਰ ਧਨ ਪਰ ਤਨ ਖੇੜਾ ਨਹੀਂ ਛੱਡਦੀ। ਇਹੀ ਪ੍ਰਸੰਗ ਇਸੀ ਰੂਪ ਦੇ ਵਿੱਚ ਸਾਰਾ ਜੀਵਨ ਬਤੀਤ ਹੋ ਜਾਂਦਾ ਹੈ। ਜੇ ਜਿਹ ਕਰ ਕਥਾ ਹੋਤ ਹਰ ਸੰਤਨ, ਇਕ ਨਿਮਖ ਨ ਕੀਨੋ ਮੈਂ ਫੇਰਾ। ਲੰਪਟ ਚੋਰ ਦੂਤ ਮਤਵਾਰੇ, ਤਿਨ ਸੰਗ ਸਦਾ ਬਸੇਰਾ। ਜਿਹ ਘਰ ਕਥਾ ਹੋਤ ਹਰ ਸੰਤਨ, ਜਿਸ ਥਾਂ ਦੇ ਉੱਤੇ ਸੰਤ ਜਨਾ ਪ੍ਰਭੂ ਦੀ ਕਥਾ ਕਰਦੇ ਹੈ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਮੈਂ ਇੱਕ ਖਿੰਨ ਵੀ ਮੇਰੇ ਕਦਮ ਤੁਰ ਕੇ ਉਸ ਥਾਂ ਤੇ ਜਾਣ ਨੂੰ ਤਿਆਰ ਨਹੀਂ ਹੁੰਦੇ। ਮੇਰਾ ਮਨ ਨਹੀਂ ਕਰਦਾ ਕਿ ਉਸ ਜਿੱਥੇ ਪ੍ਰਭੂ ਦੀ ਬੰਦਗੀ ਸੰਤ ਜਨਾਂ ਦੇ ਵਿੱਚ, ਆਵੋ ਸੰਤ ਪਿਆਰੋ ਅਕਤ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਤ ਕੇਰੀ ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਐ ਪਾਈਐ। ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਜਿੱਥੇ ਸੱਚੀ ਬਾਣੀ ਗਾਈ ਜਾ ਰਹੀ ਹੈ, ਉੱਥੇ ਮੇਰਾ ਇੱਕ ਨਿਮਖ ਵੀ ਜਾਣ ਨੂੰ ਮਨ ਨਹੀਂ ਕਰਦਾ, ਫੇਰਾ ਨਹੀਂ ਪਾਇਆ ਮੈਂ। ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਕਹਿੰਦੇ ਲੰਪਟ ਦਾ ਮਤਲਬ ਕਿ ਮੌਕਮ ਫੌਜ ਹੀ ਹੈ, ਅੰਤ ਹੀ ਨਹੀਂ ਹੈ। ਕਿੱਡੀ ਅੰਦਰ ਕਿੰਨਾ ਡਾਢਾ ਮੋਹ, ਕਿ ਇਹ ਚੋਰ ਕਿੰਨੇ ਨੇ ਅੰਦਰ, ਵਿਕਾਰ ਕਿੰਨੇ ਨੇ, ਦੂਤ ਕਿੰਨੇ ਨੇ, ਮਤਵਾਰਾ ਪਿਆ ਮਨ। ਤਿੰਨ ਸੰਗ ਸਦਾ ਬਸੇਰਾ, ਮਨ ਵਿਕਾਰਾਂ ਦੇ ਵਿੱਚ, ਵਿਕਾਰਾਂ ਨੂੰ ਭੋਗਣ ਲਈ ਸਾਰਾ ਦਿਨ ਤੇ ਰਾਤ ਖਰਚ ਸਕਦਾ ਹੈ, ਪਰ ਇੱਕ ਖਿੰਨ ਸੰਗਤ ਦੇ ਵਿੱਚ ਆਉਣ ਦਾ ਇਸ ਮਨ ਦੇ ਅੰਦਰ ਚਾਉ ਨਹੀਂ ਹੈ। ਇਸ ਕਰਕੇ ਅਸੀਂ ਵੱਡੇ ਅਪਰਾਧੀ ਹਾਂ ਜੀ। ਕਾਮ ਕ੍ਰੋਧ ਮਾਇਆ ਮਦ ਮਤ ਸਰ, ਏ ਸੰਪੈ ਮੋਹ ਮਾਹੀ। ਦਇਆ ਧਰਮ ਅਰ ਗੁਰ ਕੀ ਸੇਵਾ, ਏ ਸੁਪਨੰਤਰ ਨਾਹੀ। ਇਹ ਸਾਰੇ ਵਿਕਾਰਾਂ ਦਾ ਨਸ਼ਾ ਮਦ ਮਸਤਰ, ਮਤਸਰ ਦਾ ਮਤਲਬ ਹੈ ਮਦ, ਇਸ ਨਸ਼ੇ ਦੇ ਵਿੱਚ ਮਸਤ ਹੋਇਆ ਪਿਆ। ਕਾਮ ਕ੍ਰੋਧ ਮਾਇਆ ਮਦ ਮਤਸਰ, ਮਤਸਰ ਦੇ ਕਈ ਅਰਥ ਵੀ ਕੀਤੇ ਆ। ਮਤਸਰ ਕਹਿੰਦੇ ਈਰਖਾ ਤੋਂ ਵੀ ਸਿਖਰ ਦੀ ਗੱਲ। ਜਦ ਬੰਦਾ ਈਰਖਾ ਕਰ ਕਰਕੇ ਸੜ ਜਾਂਦਾ ਹੈ ਨਾ, ਫਿਰ ਐਡਾ ਢਾਡਾ, ਐਡਾ ਭੈੜਾ ਹੋ ਜਾਂਦਾ ਹੈ। ਜਿਸ ਬੰਦੇ ਨਾਲ ਲੇਵਾ ਦੇਵੀ ਕੋਈ ਹੈ ਹੀ ਨਹੀਂ, ਕੋਈ ਵਾਸਤਾ ਵਾਸਤਾ ਨਹੀਂ ਦੂਰ ਦੂਰ ਦਾ, ਉਹਦੇ ਬਾਰੇ ਵੀ ਮਾੜਾ ਬੋਲਣਾ ਸ਼ੁਰੂ ਕਰ ਦਿੰਦਾ। ਜਿਹਦੇ ਬੰਦੇ ਨਾਲ ਕਦੀ ਮਿਲਿਆ ਵੀ ਨਹੀਂ, ਕੋਈ ਜਾਣ ਪਛਾਣ ਵੀ ਨਹੀਂ ਹੈ। ਇਹ ਨਸ਼ਾ ਸਿਰ ਦੇ ਉੱਤੇ ਕਾਮ ਕ੍ਰੋਧ ਮਾਇਆ ਮਦ, ਇਹਦਾ ਨਸ਼ਾ ਮਤਸਰ, ਮਸਤ ਹੋ ਗਿਆ। ਇਹ ਸੰਪੈ ਮੋਹ ਮਾਹੀ, ਇਸ ਮੋਹ ਦੇ ਇਸ ਡਾਢੇ ਜਾਲ ਦੇ ਵਿੱਚ ਮਨ ਫਸ ਗਿਆ। ਸੰਪੈ ਦਾ ਮਤਲਬ ਜਕੜਿਆ ਗਿਆ। ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਈ, ਸੁਪਨੇ ਦੇ ਵਿੱਚ ਵੀ ਕਿਸੇ ਰੱਬ ਦੀ ਸੇਵਾ, ਰੱਬ ਦੀ ਬੰਦਗੀ, ਕਿਉਂਕਿ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨੁਖ ਦੇਹੀ ਭਾਈ। ਮਿਲੀ ਇਸ ਵਾਸਤੇ ਸੀ, ਪਰ ਸੁਪਨੇ ਵਿੱਚ ਵੀ ਕਾਮ ਕ੍ਰੋਧ ਮਾਇਆ ਮਦ ਮਸਤਰ ਹੀ ਚੱਲ ਰਿਹਾ, ਮਤਸਰ ਹੀ ਚੱਲ ਰਿਹਾ। ਇਸ ਕਰਕੇ ਸੁਪਨੇ 'ਚ ਵੀ ਮੈਂ ਰੱਬ ਨੂੰ ਚੇਤੇ ਨਹੀਂ ਕੀਤਾ। ਤਾਂ ਮੈਂ ਗੋਬਿੰਦ ਹਮ ਐਸੇ ਅਪਰਾਧੀ, ਵੱਡਾ ਅਪਰਾਧੀ ਹਾਂ ਜੀ। ਦੀਨ ਦਇਆਲ ਕਿਰਪਾਲ ਦਮੋਦਰ, ਭਗਤ ਬਚਲ ਪੈ ਹਾਰੀ। ਕਹਿਤ ਕਬੀਰ ਪੀਰ ਜਨ ਰਾਖੋ, ਹਰ ਸੇਵਾ ਕਰੋ ਤੁਮਾਰੀ। ਹੁਣ ਜੇ ਅਪਰਾਧ ਤੋਂ ਬਚਣਾ ਹੈ ਤੇ ਫਿਰ ਦੀਨ ਦਇਆਲ ਕਿਰਪਾਲ ਦਮੋਦਰ, ਦਾਮੋਦਰ ਕਹਿੰਦੇ ਆ ਜਿਹਦੇ ਲੱਕ ਦੇ ਦੁਆਲੇ ਰੱਸੀ ਬੰਨੀ ਹੋਏ, ਪਰ ਅਸਲ ਦੇ ਵਿੱਚ ਗੁਰਮਤ ਦੇ ਵਿੱਚ ਦਾਮੋਦਰ ਦਾ ਅਰਥ ਹੈ ਜਿਨੇ ਸਾਰਾ ਸੰਸਾਰ ਆਪਣੇ ਕਲੇਵੇ ਵਿੱਚ ਲਿਆ ਹੋਏ।
ਜਿਹਦਾ ਸਾਰਾ ਸੂਤ ਦੇ ਵਿੱਚ ਪਰੋਇਆ ਹੋਏ ਸਾਰਾ ਜਗਤ, ਇਹਨੂੰ ਦਾਮੋਦਰ ਆਖਿਆ ਕਿ ਜਿਨਨੇ ਸਭ ਕੁਝ ਆਪਣੇ ਕਲਾਵੇ ਵਿੱਚ ਲਿਆ ਹੋਇਆ। ਭਗਤ ਬਛਲ ਭੈ ਹਾਰੀ, ਭਗਤੀ ਕਰਨ ਵਾਲੇ ਦੇ ਉਹ ਅੰਗ ਸੰਗ ਹੋ ਜਾਂਦਾ ਹੈ। ਜਿਹੜਾ ਉਹਨੂੰ ਜਪ ਲੇ ਧਿਆ ਲੇ, ਉਹਦੇ ਦੁੱਖ ਰੋਗ ਦੂਰ ਕਰਦਾ ਹੈ। ਭੈ ਹਾਰੀ, ਉਹਦਾ ਨਾਮ ਜਪਦਿਆਂ ਹੀ ਭਗਤ ਦੇ ਅੰਦਰ ਦਾ ਸਾਰਾ ਡਰ ਹਾਰ ਜਾਂਦਾ ਹੈ, ਸਾਰਾ ਡਰ ਖਤਮ ਹੋ ਕੇ ਉਹ ਨਿਰਭਉ ਬਣਦਾ ਹੈ। ਕਹਿਤ ਕਬੀਰ ਭੀਰ ਜਨ ਰਾਖੋ, ਹਰ ਸੇਵਾ ਕਰੋ ਤੁਮਾਰੀ। ਮੇਰੀਆਂ ਇਹਨਾਂ ਵਿਕਾਰਾਂ ਤੋਂ, ਜਿਹੜਾ ਪਰ ਤਨ ਪਰਤੀ ਨਿੰਦਾ ਜਾਂ ਕਾਮ ਕ੍ਰੋਧ ਮਾਇਆ ਮਦ ਮਸਤਰ, ਇਹ ਜਿਹੜੀ ਭੀੜ, ਇਹ ਜਿਹੜੀ ਆਪਦਾ ਪੈ ਗਈ ਹੈ ਵਿਕਾਰਾਂ ਤੋਂ, ਸਾਹਿਬ ਜੀ ਮੈਨੂੰ ਬਚਾਓ। ਮੈਂ ਤੁਹਾਡੀ ਸੇਵਾ ਕਰਨ ਵਾਸਤੇ ਹੀ ਇਹ ਜੀਵਨ ਦੀ ਆਸ ਲੈ ਕੇ ਇਸ ਜਗਤ ਵਿੱਚ ਆਇਆ, ਤੇ ਇਸ ਆਸ ਨਾਲ ਮੈਂ ਜੀਵਨ ਸਫਲ ਕਰਾਂ ਜੀ। ਜੇ ਸਿਮਰਨ ਹੋਏ ਮੁਕਤ ਦੁਆਰ, ਜਾਹੇ ਬੈਕੁੰਠ ਨਹੀਂ ਸੰਸਾਰ। ਅਗਲਾ ਸ਼ਬਦ ਇੱਥੋਂ ਆਰੰਭ ਹੈ, 9ਵਾਂ ਸ਼ਬਦ ਭਗਤ ਜੀ ਦਾ ਘਰ ਪਹਿਲੇ ਦਾ ਹੈ ਜੀ। ਇਹ ਸ਼ਬਦ ਧਿਆਨ ਨਾਲ ਵੇਖ ਲਿਓ, ਕਿਉਂਕਿ ਇਸ ਤੋਂ ਉਪਰੰਤ ਘਰ ਦੂਜੇ ਦੇ ਸ਼ਬਦ ਸ਼ੁਰੂ ਹੋਣੇ ਆ। ਭਾਵੇਂ ਕਿ ਇਹਦੇ ਉੱਤੇ ਸਿਰਲੇਖ ਨਹੀਂ ਹੈ, ਪਰ ਕਿਉਂਕਿ ਅਗਲੇ ਸ਼ਬਦ ਤੋਂ ਜਿੱਥੋਂ ਲੜੀ ਸ਼ੁਰੂ ਹੋਏਗੀ ਉਹ ਦੱਸਦੀ ਹੈ ਕਿ ਇਹ ਪਹਿਲੇ ਘਰ ਦੇ ਸੀ ਤੇ ਹੁਣ ਅੱਗੇ ਦੂਸਰੇ ਘਰ ਦੇ ਸ਼ੁਰੂ ਹੋਣੇ ਆ। ਇੱਥੇ ਭਗਤ ਜੀ ਇਸ ਸ਼ਬਦ ਦੇ ਵਿੱਚ ਕਿਰਪਾ ਕਰਦੇ ਨੇ, ਜੇ ਸਿਮਰਨ ਹੋਏ ਮੁਕਤ ਦੁਆਰ, ਜਿਸ ਸਿਮਰਨ ਦੇ ਰਾਹੀਂ ਮੁਕਤੀ ਦੇ ਦੁਆਰ ਨੂੰ ਪਤਾ ਪਹੁੰਚਿਆ ਜਾ ਸਕਦਾ। ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਪਾਏ, ਮਨ ਤੋਂ ਮੈਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ। ਮਨ ਹਾਥੀ ਵਰਗਾ ਗਾਫਲਿਆ ਪਿਆ ਤੇ ਅਹੰਕਾਰ ਪਤਾ ਕਿਹਦਾ ਕਰਦਾ ਹੈ, ਮੈਂ ਤੀਰਥਾਂ ਦੇ ਇਸ਼ਨਾਨ ਵੀ ਕੀਤੇ ਆ, ਮੈਂ ਦਇਆ ਵੀ ਦਿਖਾਵੇ ਵਾਲੀ ਕਰਦਾ, ਦਾਨ ਵੀ ਦੇ ਦਿੰਦਾ ਥੋੜਾ ਬਹੁਤ। ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤੇ ਹੈ ਜਿਉਂ ਕੁੰਚਰ ਇਸ਼ਨਾਨ। ਇਹ ਤੇ ਇੱਕ ਹਾਥੀ ਦੇ ਇਸ਼ਨਾਨ ਦੀ ਤਰ੍ਹਾਂ ਹੈ। ਹਾਥੀ ਨੂੰ ਹੁਣੇ ਮਹਾਵਤ ਨੇ ਛੱਪੜ ਚ ਨਵਾਇਆ, ਬਸ ਪਹਿਲਾ ਪੈਰ ਹੀ ਛੱਪੜ ਤੋਂ ਬਾਹਰ ਰੱਖੇਗਾ, ਛੱਪੜ ਦੇ ਬਾਹਰ ਦਾ ਚਿੱਕੜ ਆਪਣੀ ਸੂੰਡ ਵਿੱਚ ਭਰ ਕੇ ਆਪਣੇ ਮੱਥੇ ਉੱਤੇ ਹੀ ਸੁੱਟ ਲਏਗਾ, ਆਪਣੇ ਪਿੰਡੇ ਤੇ ਸੁੱਟ ਲਏਗਾ। ਮਹਾਰਾਜ ਕਹਿੰਦੇ ਬਸ ਧਰਮ ਸਥਾਨ ਤੇ ਅਸੀਂ ਬੈਠੇ ਹਾਂ, ਐਡੀ ਕਿ ਸਾਡਾ ਬਚਾਓ ਹੈ, ਇੱਥੇ ਬੈਠਣ ਜਿੱਡਾ ਹੀ, ਇੱਧਰੋਂ ਬਾਹਰ ਰੱਖਣ ਦੀ ਲੋੜ ਹੈ, ਬਸ ਪੈਰ ਬਾਹਰ ਧਰਨ ਦੀ ਲੋੜ ਹੈ, ਬਸ ਸਭ ਕੁਝ ਆਪਣੇ ਪਿੰਡੇ ਤੇ ਹੀ, ਸਾਰੀ ਹਉਮੈ ਸਾਰੇ ਵਿਕਾਰ। ਇਸ ਕਰਕੇ ਸਾਹਿਬ ਜੀ ਕਹਿੰਦੇ, ਕਬੀਰ ਸਾਹਿਬ ਜੀ ਦਾ ਇਹ ਬਚਨ ਹੈ ਕਿ ਮਨ ਹਾਥੀ ਵਰਗਾ ਹੈ ਤੇ ਮੁਕਤੀ ਦਾ ਦੁਆਰਾ ਰਾਈ ਦੇ 10ਵੇਂ ਹਿੱਸੇ ਜਿੱਡਾ ਹੈ। ਮਨ ਹਾਥੀ ਇਸ ਰਾਈ ਦੇ 10ਵੇਂ ਦਾਣੇ ਜਿੰਨੀ ਥਾਂ ਤੋਂ ਕਿਵੇਂ ਨਿਕਲੇਗਾ। ਫਿਰ ਅੱਗੇ ਜ਼ਿਕਰ ਕੀਤਾ, ਐਸਾ ਸਤਿਗੁਰ ਜੇ ਮਿਲੈ ਤੁਠਾ ਕਰੈ ਪਸਾਓ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਗੁਰੂ ਦੇ ਸ਼ਬਦ ਦੀ ਕਮਾਈ ਰਾਹੀਂ ਇਹ ਜਿਹੜਾ ਵੱਡਾ ਮਨ ਹੈ ਨਾ, ਇਹ ਮਨ ਸੁੰਕੜਾ ਹੋ ਜਾਂਦਾ ਹੈ ਤੇ ਇਹ ਦੁਆਰਾ ਦਿਸ ਪੈਂਦਾ, ਪਤਾ ਲੱਗ ਜਾਂਦਾ ਹੈ ਕਿ ਮਨ ਸਹਿਜ ਰੂਪ ਦੇ ਵਿੱਚ ਫਿਰ ਜਦ ਦੁਨਿਆਵੀ ਰਸਕਸ, ਦੁਨਿਆਵੀ ਕਾਰਜ ਕਰਨੇ ਹੁੰਦੇ ਹੈ ਤੇ ਮਨ ਦੁਨੀਆ ਦੇ ਵਿੱਚ ਹੁੰਦਾ ਹੈ, ਤੇ ਜਦ ਰੱਬ ਦੀ ਬੰਦਗੀ, ਰੱਬ ਦਾ ਚੇਤਾ ਕਰਨਾ ਹੁੰਦਾ ਹੈ ਤੇ ਸਹਿਜੇ ਹੀ ਮੁਕਤੀ ਦੁਆਰ ਵਿੱਚ ਇਹ ਮਨ ਚਲਾ ਜਾਂਦਾ ਹੈ, ਸਹਿਜੇ ਹੀ ਜੁੜ ਜਾਂਦਾ ਹੈ। ਇਹਨੂੰ ਇਸ ਸ਼ਬਦ ਵਿੱਚ ਬਿਆਨ ਕੀਤਾ ਹੈ, ਜਿਹੇ ਸਿਮਰਨ ਹੋਏ ਮੁਕਤ ਦੁਆਰ, ਜਿਸ ਸਿਮਰਨ ਦੇ ਰਾਹੀਂ ਮਨ ਮੁਕਤੀ ਦੁਆਰ ਤੱਕ ਪਹੁੰਚ ਜਾਏ। ਜਾਹੇ ਬੈਕੁੰਠ ਨਾਹੀ ਸੰਸਾਰ, ਜਾਹੇ ਬੈਕੁੰਠ ਦਾ ਮਤਲਬ ਬੈਕੁੰਠ ਥਾਂ, ਇਹਨੂੰ ਬੈਕੁੰਠ ਆਖਿਆ ਜਿੱਥੇ ਸਾਰੇ ਅੰਮ੍ਰਿਤ ਮਿਲਦੇ ਆ, ਮਨ ਉੱਥੇ ਟਿਕ ਜਾਂਦਾ ਹੈ। ਫਿਰ ਜਿਸ ਵੇਲੇ ਸਿਮਰਨ ਹੁੰਦਾ ਹੈ ਪ੍ਰਭੂ ਦਾ, ਉਸ ਵੇਲੇ ਸੰਸਾਰ ਦੀ ਕਾਰ ਚੇਤੇ ਨਹੀਂ ਆਉਂਦੀ, ਸੰਸਾਰ ਦੇ ਵਿਕਾਰ, ਸੰਸਾਰ ਦੇ ਪਸਾਰੇ ਦੇ ਨਾਲ ਮੂੰਹ ਨਹੀਂ ਹੁੰਦਾ ਜੀ। ਨਿਰਭਉ ਕੈ ਕਰ ਬਜਾਵਹਿ ਤੂਰ, ਅਨਹਦ ਬਜੈ ਸਦਾ ਭਰਪੂਰ। ਨਿਰਭਉ ਕੈ ਘਰ, ਜਦ ਗੁਰੂ ਦੇ ਸ਼ਬਦ ਵਿੱਚ ਮਨ ਟਿਕ ਜਾਂਦਾ ਹੈ ਨਾ, ਆਪੇ ਹੀ ਨਿਰਭਉ ਤੇ ਨਿਰਵੈਰ ਹੋ ਜਾਂਦਾ ਹੈ। ਉਹ ਨਿਰਭਉ ਨਿਰਵੈਰਤਾ ਬਾਹਰੋਂ ਸਿੱਖਣੀ ਨਹੀਂ ਪੈਂਦੀ, ਉਹ ਬਾਹਰ ਦਾ ਦਿਖਾਵਾ ਕੋਈ ਜੈਸਚਰ ਨਹੀਂ ਹੈਗਾ, ਕੋਈ ਬਾਡੀ ਲੈਂਗੁਏਜ ਨਹੀਂ ਹੈ, ਇਹ ਅੰਦਰ ਦੀ ਕਮਾਈ ਹੈ, ਅੰਦਰੋਂ ਹੀ ਆਉਂਦੀ ਹੈ ਨਿਰਭਉ ਤੇ ਨਿਰਵੈਰਤਾ, ਗੁਰੂ ਤੋਂ ਹੀ ਮੰਗੀ ਜਾਂਦੀ ਹੈ। ਜੇ 8 ਸਾਲ ਦੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਇਸ ਧਰਤੀ ਦੇ ਹਾਕਮ ਔਰੰਗਜ਼ੇਬ ਨੂੰ ਕਹਿੰਦੇ ਆ ਕਿ ਮੈਂ ਤੇਰੇ ਮੱਥੇ ਨਹੀਂ ਲੱਗਣਾ, ਨਹਿ ਮਲੇਸ਼ ਕੋ ਦਰਸ਼ਨ ਦੇ ਹੂੰ, ਪਿਤਾ ਜੀ ਦਾ ਹੁਕਮ ਹੈ, ਤੇ ਕਹਿੰਦੇ ਮੇਰੇ ਲਈ ਫਿਰ ਕੋਈ ਗੱਲ, ਤੇ ਸਤਿਗੁਰੂ ਜੀ ਨੇ ਫਿਰ ਪਹਿਲਾ ਜ਼ਫਰਨਾਮਾ ਜਿਹੜਾ ਲਿਖ ਕੇ ਦਿੱਤਾ, ਉਹ ਮਹੱਲਾ ਪਹਿਲਾ ਦਾ। ਹੁਣ ਜੇ 8 ਸਾਲ ਦੀ ਉਮਰ ਦੇਖੀਏ ਤੇ ਜ਼ਬਰ ਜ਼ੁਲਮ ਕਰਨ ਵਾਲੇ ਦੇ ਖਿਲਾਫ ਇਹੋ ਜਿਹੀ ਹਿੰਮਤ ਦਿਖਾਣੀ, ਇਹ ਕੋਈ ਬਾਹਰੋਂ ਥੋੜੀ ਸੀ, ਭੀੜ ਦਾ ਪ੍ਰਭਾਵ ਨਾ ਕਬੂਲਣਾ, ਤੇ ਦੇਸ਼ ਦਾ ਹਾਕਮ ਬਾਹਰ ਖੜਾ ਹੈ ਤੇ ਉਹਦਾ ਪ੍ਰਭਾਵ ਵੀ ਨਹੀਂ ਕਬੂਲਿਆ, ਕਹਿੰਦੇ ਨਾ ਅੰਦਰ ਨਹੀਂ ਆਉਣ ਦੇਣਾ ਜਿੰਨਾ ਚਿਰ ਤੱਕ ਜ਼ੁਲਮ ਨਹੀਂ ਖਤਮ ਕਰੇਗਾ। ਪਰ ਅੱਜ ਸਾਡੇ ਅੰਦਰ ਇਹ ਨਿਰਭਉ ਨਿਰਵੈਰਤਾ ਦੀ ਬਿਰਤੀ ਖਤਮ ਹੋ ਗਈ ਹੈ। ਇਸ ਕਰਕੇ ਸੁਰਜੀਤ ਪਾਤਰ ਨੇ ਕਿਹਾ ਸੀ, ਕਹਿੰਦੇ ਜਿਸ ਤੇਗ ਤੋਂ ਤੇਗ ਬਹਾਦਰ ਸ਼ਹੀਦ ਹੋਏ, ਉਸ ਤੇਗ ਦਾ ਲਹੂ ਕਦੇ ਸੁੱਕਣਾ ਨਹੀਂ,
ਭਾਵੇਂ ਤਿਲਕ ਲਗਾ ਕੇ ਆ ਜਾਵੇ, ਭਾਵੇਂ ਪੱਗ ਸਜਾ ਕੇ ਆ ਜਾਏ, ਔਰੰਗਜ਼ੇਬ ਸਿੱਖਾਂ ਤੋਂ ਲੁਕਣਾ ਨਹੀਂ। ਔਰੰਗਜ਼ੇਬ ਦੀ ਬਿਰਤੀ ਸਾਡੇ ਤੋਂ ਛੁਪਣੀ ਨਹੀਂ, ਪਤਾ ਲੱਗ ਜਾਣੀ, ਭਾਵੇਂ ਕੋਈ ਤਿਲਕ ਲਾ ਕੇ ਆ ਜਾਏ ਤੇ ਭਾਵੇਂ ਕੋਈ ਪਗੜੀ ਬਣ ਕੇ ਦਸਤਾਰ ਸਜਾ ਕੇ ਆ ਜਾਏ, ਪਤਾ ਲੱਗ ਜਾਏਗਾ ਕਿ ਇਹ ਬਾਹਰ ਦਾ ਭੇਖ ਹੈ ਕਿ ਅੰਦਰ ਦਾ। ਤੇ ਅੱਜ ਅਸੀਂ ਆਪਣੇ ਜ਼ਮੀਰ ਵਿੱਚ ਹੀ ਬੈਠੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਬੀਰ ਸਾਹਿਬ ਕਹਿੰਦੀ ਇਹ ਨਿਰਭਉ ਦੀ ਅਵਸਥਾ ਅੰਦਰੋਂ ਪ੍ਰਾਪਤ ਹੁੰਦੀ ਹੈ। ਜੇ ਬਾਣੀ ਪੜ੍ਹੀ ਹੋਏ, ਬਾਣੀ ਦੇ ਨਾਲ ਮਨ ਇਕਮਿਕ ਹੋਇਆ ਹੋਏ ਤਾਂ ਇਹ ਮਿਲਦੀ ਹੈ, ਬਾਹਰੋਂ ਨਹੀਂ ਮਿਲਦੀ। ਨਿਰਭਉ ਕਹਿ ਘਰ ਬਜਾਵਹਿ ਤੂਰ, ਅੰਦਰ ਜਿਸ ਤਰ੍ਹਾਂ ਤੂਰ ਵੱਜਦੇ ਨੇ ਨਾ ਬਾਹਰੋਂ, ਰਾਜੇ ਦੇ ਦਰਬਾਰ 'ਚ ਜੰਗੇ ਮੈਦਾਨ ਦੇ ਵਿੱਚ ਤੂਰ ਪੂਰੇ ਜਾਂਦੇ ਨੇ, ਰਾਜੇ ਦੀ ਆਮਦ ਲਈ ਤੂਰ ਪੂਰੇ ਜਾਂਦੇ ਨੇ, ਅੰਦਰ ਨਿਰਭਉ ਦੀ ਦ੍ਰਿੜਤਾ ਪੈਦਾ ਹੁੰਦੀ ਹੈ। ਮੋਹੇ ਮਰਨੇ ਕਾ ਚਾਉ ਹੈ, ਮਰੂ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾਂ ਹਮਾਰਾ ਪਾਰ। ਇਹ ਅਵਸਥਾ ਕਬੀਰ ਸਾਹਿਬ ਕਹਿੰਦੇ ਅੰਦਰ ਆਉਂਦੀ ਹੈ। ਅਨਹਦ ਵਜਹ ਸਦਾ ਭਰਪੂਰ, ਸਦਾ ਹੀ ਪ੍ਰਭੂ ਦੀ ਬੰਦਗੀ ਅੰਦਰ ਚਲਦੀ ਹੈ ਜੀ। ਐਸਾ ਸਿਮਰਨ ਕਰ ਮਨ ਮਾਹੀ, ਬਿਨ ਸਿਮਰਨ ਮੁਕਤ ਕਤ ਨਾਹੀ ਰਹਾਉ। ਇਹ ਮੇਰੇ ਮਨ ਇਹੋ ਜਿਹਾ ਸਿਮਰਨ ਕਰ, ਕਿਉਂਕਿ ਸਿਮਰਨ ਤੋਂ ਬਿਨਾ ਮੁਕਤੀ ਕਿੱਥੇ ਨਹੀਂ ਹੈ ਜੀ। ਰਹਾਉ ਜਹ ਸਿਮਰਨ ਨਾਹੀ ਨਨਕਾਰ, ਮੁਕਤ ਕਰੈ ਉਤਰੈ ਬਹੁ ਪਾਰ। ਜਿਸ ਸਿਮਰਨ ਦੇ ਰਾਹੀਂ ਕੋਈ ਰੋਕ ਟੋਕ ਨਹੀਂ ਲੱਗਦੀ ਮਨ ਨੂੰ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਕਹਿੰਦੇ ਉਹ ਨਾਮ ਜਪ, ਉਹ ਰੱਬ ਦਾ ਸਿਮਰਨ ਕਰ, ਨਾ ਹੀ ਨਨਕਾਰ। ਨਨਕਾਰ ਦੇ ਮਤਲਬ ਰੋਕ ਟੋਕ, ਕੋਈ ਮਨ ਨੂੰ ਰੋਕ ਟੋਕ ਨਹੀਂ ਹੈ। ਮੁਕਤ ਕਰੈ ਉਤਰੈ ਬਹੁ ਭਾਰ, ਦੁਨੀਆ ਦੀ ਚਿੰਤਾਵਾਂ ਦਾ ਭਾਰ ਜਿਹੜਾ ਮਨ ਉੱਤੇ ਚੜਿਆ ਹੋਇਆ ਹੈ ਉਹ ਸਿਮਰਨ ਦੇ ਨਾਲ ਹੀ ਉਤਰਨਾ। ਜਿੱਡੇ ਮਰਜੀ ਹੱਥ ਪੈਰ ਅਸੀਂ ਮਾਰ ਲਈਏ ਕਿ ਚਿੰਤਾ ਤੋਂ ਮੁਕਤ ਹੋ ਜਾਈਏ, ਭਗਤ ਕਬੀਰ ਜੀ ਕਹਿੰਦੇ ਲਾ ਲਓ ਜ਼ੋਰ। ਚਿੰਤਾ ਐਸੀ ਬਿਮਾਰੀ ਹੈ ਜਿਹੜੀ ਸਭ ਨੂੰ ਚਿਮੜੀ ਹੋਈ ਹੈ, ਜੋ ਜੋ ਦਿਸੈ ਸੋ ਸੋ ਰੋਗੀ ਸਭ ਨੂੰ। ਪਰ ਜਿੰਨਾ ਚਿਰ ਤੱਕ ਸਿਮਰਨ ਨਹੀਂ ਹੈ, ਸਿਮਰਨ ਜੇ ਹੋਏਗਾ ਤੇ ਮਨ ਦੇ ਉੱਤੋਂ ਇਹ ਪਾਪਾਂ ਦਾ, ਚਿੰਤਾ ਦਾ, ਇਹ ਈਰਖਾ ਚੁਗਲੀ, ਇਹ ਸਾਰੇ ਵਿਕਾਰਾਂ ਦਾ ਭਾਰ ਲੱਥੇਗਾ ਜੀ। ਮੁਕਤ ਨਮਸਕਾਰ ਕਰ ਹਿਰਦੈ ਮਾਹੀ, ਫਿਰ ਤੇਰਾ ਆਵਨ ਨਾਹੀ। ਬਾਹਰੋਂ ਝੁਕਣ ਵਾਲੇ ਨੂੰ ਪ੍ਰਮਾਣ ਨਹੀਂ ਕੀਤਾ, ਭਾਵੇਂ ਅੰਦਰ ਦੀ ਬਿਰਤੀ ਜੇ ਮਾੜੀ ਹੈ, ਅੰਦਰ ਮਾੜਾ ਸੋਚ ਰਿਹਾ ਕੋਈ ਬੰਦਾ ਤੇ ਬਾਹਰੋਂ ਝੁਕ ਕੇ ਦਿਖਾ ਰਿਹਾ, ਆ ਕੇ ਨਮਸਕਾਰ ਕਰ ਰਿਹਾ, ਮਹਾਰਾਜ ਕਹਿੰਦੇ ਉਹ ਬੜਾ ਖਤਰਨਾਕ ਹੁੰਦਾ। ਅੱਜ ਤੇ ਉਹ ਝੁਕ ਕੇ ਦਿਖਾ ਰਿਹਾ ਮੈਂ ਝੁਕਦਾ ਨਮਸਕਾਰ ਕਰਦਾ, ਪਰ ਮਹਾਰਾਜ ਜੀ ਕਹਿੰਦੇ ਹੈ ਕਿ ਜਿਹੜਾ ਬਾਹਰੋਂ ਝੁਕ ਰਿਹਾ ਉਹ ਸ਼ਿਕਾਰੀ ਦੀ ਤਰ੍ਹਾਂ ਸ਼ਿਕਾਰ ਦੀ ਸਿਰਫ ਭਾਲ ਹੀ ਕਰ ਰਿਹਾ, ਸ਼ਿਕਾਰ ਨੂੰ ਆਪਣੇ ਵਸ ਵਿੱਚ ਹੀ ਲੈ ਕੇ ਆ ਰਿਹਾ। ਕਦ ਉਹਨੇ ਤੀਰ ਚਲਾ ਦੇਣਾ ਉਹ ਤੇ ਤੀਰ ਵੱਜਣ ਤੋਂ ਬਾਅਦ ਹੀ ਪਤਾ ਲੱਗਦਾ। ਔਰ ਇਹ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਕਿ ਅਪਰਾਧੀ ਦੂਣਾ ਨਿਵੈ, ਜੋ ਹੰਥਾ ਮਿਰਗਾਏ ਸੀਸ ਨਿਵਾਇਆ, ਕਿਆ ਥਿਆ ਜਾਂ ਹਿਰਦੈ ਕੁਸੁਧ ਹੈ ਜਾਏ। ਜੇ ਹਿਰਦਾ ਹੀ ਨਹੀਂ ਅੰਦਰ ਸਾਫ, ਜੇ ਅੰਦਰ ਕੋਈ ਚੋਰ ਹੈ ਤੇ ਕਬੀਰ ਸਾਹਿਬ ਵੀ ਕਹਿੰਦੇ ਜਿਸ ਰੂਪ ਦੇ ਵਿੱਚ ਅਸੀਂ ਬਾਹਰ ਦਾ ਦਿਖਾਵਾ ਕਰ ਰਹੇ ਹਾਂ ਉਹ ਨਹੀਂ ਭਾਈ, ਝੁਕਣਾ ਹੈ ਤੇ ਹਿਰਦੇ ਤੋਂ ਝੁਕੋ, ਫਿਰ ਬਾਹਰੋਂ ਝੁਕਣ ਦੀ ਵੀ ਲੋੜ ਨਹੀਂ ਪੈਣੀ, ਬਾਹਰੋਂ ਦਿਖਾਵਾ ਕਰਨ ਦੀ ਵੀ ਲੋੜ ਨਹੀਂ ਪੈਣੀ। ਨਮਸਕਾਰ ਕਰ ਹਿਰਦੈ ਮਾਹੇ, ਅੰਦਰੋਂ ਨਮਸਕਾਰ ਕਰ ਦਈਏ ਰੱਬ ਨੂੰ, ਅੰਦਰੋਂ ਨਮਸਕਾਰ ਕਰ ਦਈਏ ਰੱਬ ਦੀ ਬਣਾਈ ਕਾਇਨਾਤ ਨੂੰ, ਮਨੁੱਖਤਾ ਨੂੰ। ਫਿਰ ਤੇਰਾ ਆਵਨ ਨਾਹੇ, ਫਿਰ ਆਉਣਾ ਜਾਣਾ, ਫਿਰ ਆ ਦੁੱਖਾਂ ਸੁੱਖਾਂ ਦਾ ਸੰਸਾਰ ਮੁੱਕੇਗਾ ਜੀ। ਜਹ ਸਿਮਰਨ ਕਰੈ ਤੂੰ ਕੇਲ, ਦੀਪਕ ਬਾਂਧ ਤਰਿਓ ਬਿਨ ਤੇਲ। ਨਮਸਕਾਰ ਜਿਹੜਾ ਹਿਰਦੇ ਤੋਂ ਕਰਦਾ ਹੈ ਨਾ, ਫਿਰ ਉਹਦੀ ਰੋਮ ਰੋਮ ਧਿਆਉਣ ਵਾਲੀ ਅਵਸਥਾ ਹੁੰਦੀ ਹੈ, ਉਹ ਸਦਾ ਹੀ ਪ੍ਰਭੂ ਨੂੰ ਧਿਆਉਂਦਾ ਹੈ, ਉਹ ਮਨ ਤੋਂ ਹੀ ਝੁਕ ਜਾਂਦਾ ਹੈ। ਜਿਹ ਸਿਮਰਨ ਕਰਹਿ ਤੂੰ ਕੇਲ, ਫਿਰ ਉਸ ਪ੍ਰਭੂ ਦੇ ਸਿਮਰਨ ਤੋਂ ਗੁਰੂ ਕਾ ਸਿੱਖ ਆਨੰਦ ਲੈਂਦਾ, ਖੇੜਾ ਆਉਂਦਾ ਉਹਦਾ। ਉਹ ਕਹਿੰਦਾ ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਜੀ। ਉੱਥੇ ਇੱਕ ਬਚਨ ਹੈ ਇਸ ਸ਼ਬਦ ਦੇ ਕਿ ਜਿੰਨੇ ਧਿਆਇਆ ਨਾ ਉਹਦਾ ਮਨ ਪ੍ਰਭੂ ਦਾ ਨਾਮ ਜਪ ਜਪ ਕੇ ਖੇੜਾ ਹਾਸਿਲ ਕਰਦਾ। ਉਹਨੂੰ ਹੀ ਕਿਹਾ ਕਿ ਹਰ ਪਾਏ ਅੜਾ ਵੱਡ ਭਾਗੀ ਮੇਰੇ ਗੋਬਿੰਦਾ, ਨਿਤ ਲੈ ਲਾਹਾ ਮਨ ਹੱਸ ਜੀਓ। ਮਨ ਅੰਦਰੋਂ ਫਿਰ ਖੁਸ਼ ਹੁੰਦਾ, ਮਨ ਦੇ ਅੰਦਰ ਕੇਲ ਦਾ ਮਤਲਬ ਹੈ ਖੇੜਾ ਆਂਦਾ ਹੈ। ਦੀਪਕ ਬਾਂਧ ਧਰਿਓ ਬਿਨ ਤੇਲ, ਤੇ ਤੇਲ ਇਹਨੂੰ ਸਮਝਣ ਵਾਸਤੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਜੇ ਨਹੀਂ ਪੜਾਂਗੇ ਤੇ ਨਹੀਂ ਸਮਝ ਸਕਦੇ। ਭਾਈ ਗੁਰੂ ਨਾਨਕ ਸਾਹਿਬ ਦੇ ਸ਼ਬਦ ਵਿੱਚੋਂ ਹੀ ਇਹਨੂੰ ਖੋਲੀਏ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੌਕਿਆ, ਚੂਕਾ ਜਮ ਸਿਓ ਮੇਲ। ਸ੍ਰੀ ਰਾਗ ਮਹੱਲਾ ਪਹਿਲਾ।
ਗੁਰੂ ਨਾਨਕ ਸਾਹਿਬ ਕਹਿੰਦੇ ਜਦ ਗੁਰੂ ਦੇ ਸ਼ਬਦ ਦਾ ਅੰਦਰ ਦੀਵਾ ਬਲਦਾ ਹੈ ਨਾ ਤੇ ਦੁੱਖਾਂ ਸੁੱਖਾਂ ਰੂਪੀ ਤੇਲ ਸੜ ਜਾਂਦਾ ਹੈ। ਦੁੱਖ ਸੁੱਖ ਤੇਲ ਬਣਾ ਕੇ ਇਹਨੂੰ ਪ੍ਰਭੂ ਦੇ ਨਾਮ ਦਾ ਦੀਵਾ ਬਾਲ ਲਓ, ਫਿਰ ਬਿਨਾਂ ਤੇਲ ਤੋਂ ਭਾਵ ਦੁੱਖ ਸੁੱਖ ਖਤਮ ਹੋ ਜਾਣਗੇ ਤੇ ਪ੍ਰਭੂ ਦਾ ਨਾਮ ਦਾ ਦੀਵਾ ਅੰਦਰ ਜਲ ਪਏਗਾ। ਦੀਪਕ ਬਾਂਧ ਧਰਿਓ ਬਿਨ ਤੇਲ, ਦੁੱਖ ਸੁੱਖ ਖਤਮ ਹੋਣਗੇ। ਤੇਲ ਦਾ ਇੱਥੇ ਭਾਵ ਸਿੱਧਾ ਦੁੱਖਾਂ ਦੇ ਨਾਲ ਕਲੇਸ਼ਾਂ ਨਾਲ ਹੈ ਜੀ। ਸੋ ਦੀਪਕ ਅਮਰਕ ਸੰਸਾਰ, ਕਾਮ ਕ੍ਰੋਧ ਬਿਖ ਕਾਢੀ ਲੈ ਮਾਰ। ਜਿਹੜਾ ਇਸ ਨਾਮ ਦਾ ਦੀਵਾ ਅੰਦਰ ਚਾਨਣ ਕਰਦਾ ਹੈ, ਜਿਹਨੂੰ ਕਿਹਾ ਪੋਥੀ ਪੁਰਾਣ ਕਮਾਈਐ ਭਉ ਵੱਟੀ ਇਤ ਤਨ ਪਾਈਐ ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤਉ ਮਿਲੈ। ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਬਚਨ ਜਿਹੜੇ ਪੋਥੀ ਸਾਹਿਬ ਦੇ ਵਿੱਚ ਲਿਖੇ ਨੇ, ਇਹਨਾਂ ਨੂੰ ਕਮਾਣਾ ਸ਼ੁਰੂ ਕਰ ਦਈਏ ਤੇ ਇਵੇਂ ਇਹ ਅੰਦਰ ਦਾ ਦੀਵਾ ਬਲੇਗਾ। ਕੱਲਾ ਪੜਨ ਨਾਲ ਨਹੀਂ, ਕੱਲਾ ਸੁਣਾਉਣ ਨਾਲ, ਸਾਡੀ ਤਰ੍ਹਾਂ ਬੋਲਣ ਨਾਲ, ਕਥਾ ਨਾਲ ਨਹੀਂ, ਕਮਾਉਣ ਨਾਲ। ਕਹਿੰਦੇ ਜਿਸ ਦਿਨ ਇਹ ਅੰਦਰ ਦੀਵਾ ਬਲ ਪਏਗਾ, ਕਬੀਰ ਸਾਹਿਬ ਕਹਿੰਦੇ ਹੈ ਕਿ ਉਸ ਦਿਨ ਕਹਿੰਦੇ ਸੋ ਦੀਪਕ ਅਮਰਕ ਸੰਸਾਰ, ਕਹਿੰਦੇ ਜਿਹੜਾ ਜਿਹੜਾ ਇਹ ਦੀਵਾ ਅੰਦਰ ਬਾਲੇਗਾ ਉਹ ਇਸ ਸੰਸਾਰ ਦੇ ਵਿੱਚ ਅਮਰ ਹੋ ਜਾਏਗਾ। ਉਹਨੂੰ ਮੌਤ ਦਾ ਭੌ ਨਹੀਂ ਰਹੇਗਾ। ਕਾਮ ਕ੍ਰੋਧ ਬਿਖ ਕਾਢੀ ਲੈ ਮਾਰ, ਆਪਣੇ ਹਿਰਦੇ ਵਿੱਚੋਂ ਕਾਮ ਕ੍ਰੋਧ ਤੇ ਜਿੰਨਾ ਜ਼ਹਿਰ ਹੈ ਈਰਖਾ ਦਾ ਉਹ ਬਾਹਰ ਕੱਢ ਕੇ ਪਰਾਂ ਮਾਰੇਗਾ ਜੀ। ਜਿਹ ਸਿਮਰਨ ਤੇਰੀ ਗਤ ਹੋਏ, ਸੋ ਸਿਮਰਨ ਰਖ ਕੰਠ ਪਰੋਏ। ਜਿਸ ਸਿਮਰਨ ਰਾਹੀਂ ਸਾਡੀ ਗਤ ਹੋਣੀ ਹੈ, क्योंकि जे सिमरन नहीं है तो बिन सिमरन जो जीवन बलना, सर्प जैसे अरजारी नव खंडन को राज कमावै, अंत चले गो हारी। पर जे जिथे सिमरन है, एक निमक जो सिमरन में जिया कोट दिनस लाख सदा थिर थिया, उथे बड़ी अवस्था बरकतां ने। जेड़ा सिमरन कबीर साहब जिक्र करते हैं, कहते कंठे माला जेहवा राम, सहंस नाम लै लै करूं सलाम, हजारां वारी ओदा नाम जपो, ये गले दे विच ओदे नाम दी माला है। सो सिमरन रख कंठ परोए, जे सिमरन तेरी गत होए, जिस सिमरन नाल गतमित होंदी है उस सिमरन नूं अपने कंठ दी माला बना के परो लेना चाहिए। सदा ही भावें दुख है, सुख है, खुशी है, खेड़ा है, आनंद है, रोग है, सोग है, भोग है, ओदा नाम जपदे रहिए जी। सो सिमरन कर नहीं राख उतार, गुर प्रसादी उतरह पार। जिस दिन ये सिमरन दी माला अपने गल च पा ली है जपण वाली, ये ना होए कि कोई सुख आया, कोई खुशी आई है तो उन्होंने माला नूं ला के परां करता। जे कोई होर कोई घटना वापर कोई मिल गया हो, कई दिन रब नूं विसर ही जाना है, कई दिन चलो जी बाद च ही जपांगे ना। कबीर साहब कहते हैं सो सिमरन कर ना ही राख उतार। उस सिमरनी नूं, उस बंदगी नूं अपने कंठ ते जिहड़ी चढ़ा लई है, जुबान तो जपना शुरू करता, फिर उन्होंने उतारना नहीं है। फिर दुख सुख सब दे विच काम ना क्रोध ना रोग ना मोह ना लोभ ना मोह, रोग ना सोग ना लोभ ना मोह ना, काम ना क्रोध ना लोभ ना मोह ना रोग ना सोग ना भोग ना भै। इन्हां सारियां अवस्थावां दे विच उहनूं ध्याउणा है, तां फिर ये बचेगा कि देह विहीन स्नेह सबो तन, नेह बृक्त अगह अछय है, जान को देत अजान को देत, जमीन को देत जमान को दे है, काहे को डोलत है तुमरी सुध, सुंदर श्री पद्मापत ऐ है। जेड़ा सारी जगह वसदा है ते सारी जगह ही उहनूं ध्या, कोई खास जगह थोड़ी नीयत है। जद ये सिमरनी ये नाम जपण वाली माला गले विच पा ली है, अमृत रसना इनू क्या, इनू अमृत रसना कहा गया बाणी दे विच, जिस रसना दे उत्ते नाम वस गया। इनू ही क्या कि हर अमृत पान करो साध संग, मन तृप्तासै कीर्तन प्रभ, रंग कोमल बाणी सबको संतोख है, पंचभू आत्मा हर नाम रस भुख है। ये अंदरों नाम रस ये विकारां नूं सोख लेगा। इनू ही कबीर साहब कहते कि इनू हुण सिमरन नूं परा नहीं करना है। जे सिमरन करते रहांगे तो गुरु की कृपा नाल इस भव सागर तो दुखां तो पार होवांगे जी। जह सिमरन नाही तोहे कान, मंदर सोवह पटंबर तान। जे सिमरन नाही तोहे कान, कोई कान, कान कहंदे दुख, जे सिमरन दे नाल ताती वाओ नहीं लगेगी, उन्होंने चेते कर। मंदर सोभ है पटंबर तान, घरां दे अंदर वड़दा है पैर रखण सार, रब नूं चेते कर। रेशमी कपड़े पाउंदा है तां चेते कर, जे तू सोंदा है तान के
ਲੰਬਾ ਐਨ ਬੇਫਿਕਰ ਹੋ ਕੇ, ਤਾਂ ਵੀ ਸੌਣ ਲੱਗਿਆਂ, ਜਾਗਣ ਲੱਗਿਆਂ, ਤੁਰਨ ਲੱਗਿਆਂ, ਫਿਰਨ ਲੱਗਿਆਂ, ਸਾਰੀ ਜਗ੍ਹਾ। ਇਹਦਾ ਮਤਲਬ ਇਹ ਹੈ ਕਿ ਰੱਬ ਦਾ ਜੇ ਸਿਮਰਨ ਕਰੋਗੇ ਤੇ ਫਿਰ ਇਹੋ ਜਿਹਾ ਆਨੰਦ ਮਿਲੇਗਾ। ਭਾਵੇਂ ਛੋਟਾ ਘਰ ਹੈ, ਸੋਵੋਗੇ ਇਵੇਂ ਜਿਵੇਂ ਮੰਦਰਾਂ ਦੇ ਵਿੱਚ, ਮਹਿਲਾਂ ਵਿੱਚ ਸੋ ਰਹੇ ਹੋ। ਭਾਵੇਂ ਖੱਦਰ ਪਾਇਆ ਹੋਇਆ ਹੈ, ਭਾਵੇਂ ਆਮ ਬਸਤਰ ਪਾਇਆ ਹੈ, ਇਉਂ ਮਹਿਸੂਸ ਕਰੋਗੇ ਜਿਵੇਂ ਰੱਬ ਨੇ ਰੇਸ਼ਮੀ ਪਟੰਬਰ ਦਿੱਤੇ ਨੇ। ਭਾਵੇਂ ਕਿਸੇ ਤਰ੍ਹਾਂ ਦੇ ਵੀ ਦੁੱਖ ਨੇ, ਪਰ ਪਟੰਬਰ ਤਾਨ ਆਨੰਦ ਹੀ ਹੋਏਗਾ। ਰੁੱਖੋ ਭੋਜਨ ਭੂਮ ਸੈਨ ਸਕੀ ਪ੍ਰੈ ਸੰਗ ਸੁਖ ਬਿਆਵੈ। ਇਹ ਹੈ ਕਿ ਜਿਹੜਾ ਪ੍ਰਭੂ ਨੂੰ ਚੇਤੇ ਕਰੇ। ਗੁਰੂ ਅਰਜਨ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਹੈ, ਕੋਟ ਸੂਖ ਆਨੰਦ ਰਾਜ ਪਾਏ, ਮੁਖ ਤੇ ਨਿਮਖ ਬੁਲਾਈ। ਹੁਣ ਰਾਜ ਥੋੜੀ, ਬੈਠੇ ਤੇ ਘਰਾਂ ਦੇ ਵਿੱਚ, ਬੈਠੇ ਤੇ ਥੱਲੇ ਆ, ਪਰ ਅੰਦਰ ਦੀ ਅਵਸਥਾ ਰਾਜਾਂ ਵਾਲੀ ਹੈ, ਬਖਸ਼ਿਸ਼ਾਂ ਵਾਲੀ ਹੈ। ਭਾਵੇਂ ਬਾਹਰ ਸੜਕਾਂ ਤੇ ਬੈਠੇ ਹੈ, ਪਰ ਬੈਠੇ ਬਾਦਸ਼ਾਹਾਂ ਵਰਗੇ। ਇਹ ਵਾਲੀ ਅਵਸਥਾ ਗੁਰੂ ਨੇ ਦਿੱਤੀ ਹੈ ਕਿ ਇਹ ਵਾਲੀ ਅਵਸਥਾ ਸਿਮਰਨ ਰਾਹੀਂ ਮਿਲਣੀ ਹੈ ਜੀ। ਸੇਜ ਸੁਖਾਲੀ ਬਿਗਸੈ ਜੀਓ, ਸੋ ਸਿਮਰਨ ਤੂੰ ਅਨ ਦਿਨ ਪੀਓ। ਸੇਜ ਸੁਖਾਲੀ, ਜਿੱਥੇ ਬੈਠਾਂਗੇ, ਸੋਵਾਂਗੇ, ਸੁੱਖਾਂ ਦੇ ਵਿੱਚ ਸੋਵਾਂਗੇ। ਸਵੇਰੇ ਵੀ ਬੇਨਤੀ ਕੀਤੀ ਸੀ, ਜਿਹੜਾ ਬੰਦਾ ਗਰੀਬ ਹੈ ਉਹ ਅਮੀਰ ਹੋਣਾ ਚਾਹੁੰਦਾ ਹੈ, ਉਹ ਵੀ ਦੁਖੀ ਹੈ ਗਰੀਬ ਬੰਦਾ। ਜਿਹੜਾ ਬੰਦਾ ਅਮੀਰ ਹੈ ਉਹ ਕਹਿੰਦਾ ਮੈਨੂੰ 2 ਮਿੰਟ ਸਮਾਂ ਮਿਲ ਜਾਏ, ਮੈਂ ਇਹਨੂੰ ਮਾਣ ਲਾਂ, ਉਹ ਵੀ ਦੁਖੀ ਹੈ। ਜਿਹੜਾ ਕੁਵਾਰਾ ਕਹਿੰਦਾ ਮੇਰਾ ਵਿਆਹ ਹੋ ਜਾਏ, ਤੇ ਜਿਹੜਾ ਵਿਆਹਿਆ ਗਿਆ ਉਹ ਕਹਿੰਦਾ ਮੈਂ ਕੁਵਾਰਾ ਚੰਗਾ ਸੀ। ਦੇਖੋ ਇਹ ਜਿਹੜੇ ਸਮਾਜ ਦੀਆਂ ਗੱਲਾਂ ਬਾਤਾਂ ਚੱਲਦੀਆਂ ਨੇ, ਸਾਰਾ ਕੁਝ। ਜਿਹੜਾ ਕਹਿੰਦਾ ਹੈ ਕਿ ਮੈਂ ਚੰਗਾ ਹਾਂ, ਬਿਲਕੁਲ ਠੀਕ ਹੈ, ਉਹ ਅਵਸਥਾ ਹੀ ਹੋਰ ਹੈ। ਪਰ ਜਿਹੜਾ ਕਹਿੰਦਾ ਮੇਰੇ ਕੋਲ ਨੌਕਰੀ ਨਹੀਂ ਹੈ, ਮੈਂ ਦੁਖੀ ਹਾਂ, ਜਿਹਦੇ ਕੋਲ ਨੌਕਰੀ ਹੈ ਉਹ ਕਹਿੰਦਾ ਭਾਈ ਮੈਨੂੰ ਕਿੱਥੇ ਥੋੜਾ ਸਮਾਂ ਮਿਲ ਜਾਏ, ਮੈਂ ਤੇ ਨੌਕਰੀ ਤੋਂ ਹੀ ਪਰੇਸ਼ਾਨ ਹੋ ਗਿਆ। ਮਹਾਰਾਜ ਕਹਿੰਦੇ ਦੱਸੋ ਸੁਖੀ ਕੌਣ ਹੈ ਇੱਥੇ? ਫਿਰ ਜੇ ਇਵੇਂ ਸੁੱਖ ਦੀ ਅਸੀਂ ਡੈਫੀਨੇਸ਼ਨ ਲੱਭਾਂਗੇ ਕਿ ਇਹ ਮਿਲ ਜਾਏ ਤੇ ਸੁੱਖ ਮਿਲ ਜਾਏਗਾ, ਮਹਾਰਾਜ ਕਹਿੰਦੇ ਜਿੱਥੇ ਹੋ, ਅੱਜ ਹੋ, ਜਿਸ ਅਵਸਥਾ 'ਚ ਹੋ, ਉਸੇ ਦਿਨ ਅੰਦਰ ਇਹ ਤੂਰ, ਇਹ ਐਲਾਨ ਕਰ ਦੋ ਕਿ ਮੈਂ ਸੁਖੀ ਹਾਂ, ਮੈਂ ਸੁਖ। ਫਿਰ ਅਗਲੇ ਕਾਰਜ ਸ਼ੁਰੂ ਕਰੋ, ਫਿਰ ਅਗਲਾ ਕਦਮ ਪੁੱਟੋ ਜੋ ਕਰਨਾ ਗੁਰੂ ਦੇ ਸ਼ਬਦ ਦੇ ਵਿੱਚ। ਇਹ ਨਹੀਂ ਕਿ ਜੇ ਉਹ ਮਿਲੇਗਾ ਤੇ ਮਹਾਰਾਜ ਕਹਿੰਦੇ ਕੋਈ ਨਹੀਂ, ਜੋ ਦੇਖ ਰਹੇ ਹੋ ਇੱਥੇ, ਜੋ ਜੋ ਦਿਸੈ ਸੋ ਸੋ ਰੋਗੀ। ਗੁਰੂ ਨਾਨਕ ਸਾਹਿਬ ਦਾ ਕਿੱਡਾ ਕਮਾਲ ਦਾ ਬਚਨ ਪੜਿਆ ਸੀ, ਬਾਲੀ ਰੋਵੈ ਨਾਹੇ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਇਹੀ ਬਚਨ ਤੇ ਹੈ ਨਾ ਭਾਈ। ਜੇ ਅਸੀਂ ਲਾਲਸਾਵਾਂ ਦੇ ਵਿੱਚ ਬਸ ਸਦਾ ਹੀ ਐਕਸਪੈਕਟੇਸ਼ਨਸ ਦੇ ਵਿੱਚ ਜੀਵਾਂਗੇ, ਮਹਾਰਾਜ ਕਹਿੰਦੇ ਕਿੱਥੋਂ ਸੁੱਖ ਪਾਲਾਂਗੇ। ਅੱਜ ਐਲਾਨ ਕਰ ਦਈਏ ਮਨ ਤੌਰ ਤੇ ਕਿ ਅੱਜ ਜੋ ਹੈ ਸ਼ੁਕਰਾਨਾ ਕਰਕੇ, ਕਰੋੜਾਂ ਵਾਰੀ ਸ਼ੁਕਰਾਨਾ ਕਰਕੇ ਕਿ ਸੁਖੀਆਂ, ਹੁਣ ਅੱਗੇ ਤੁਰੀਏ। ਫਿਰ ਮਹਾਰਾਜ ਜੀ ਕਹਿੰਦੇ ਫਿਰ ਜ਼ਿੰਦਗੀ ਦਾ ਸਫ਼ਰ ਕਿੰਨਾ ਆਨੰਦਮਈ ਹੋਏਗਾ, ਇਹ ਫਿਰ ਤੁਸੀਂ ਮਾਣੋਗੇ, ਇਹ ਫਿਰ ਅਸੀਂ ਮਾਣ ਸਕਦੇ ਹਾਂ। ਇਹਨੂੰ ਹੀ ਕਬੀਰ ਸਾਹਿਬ ਕਹਿੰਦੇ ਹੈ ਕਿ ਜਿਸ ਸਿਮਰਨ ਦੇ ਨਾਲ ਅੰਦਰ ਮਨ ਦੀ ਅਵਸਥਾ ਦੀ ਇਸ ਤਰ੍ਹਾਂ ਭਾਵ ਇਸ ਤਰ੍ਹਾਂ ਦਾ ਆਨੰਦ ਹੁੰਦਾ ਹੈ ਕਿ ਜੇ ਸਿਮਰਨ ਤੇਰੀ ਜਾਏ ਬੁਲਾਏ। ਇਹੀ ਹੈ ਜੀ ਭਾਈ ਸਾਹਿਬ ਤੋਂ, ਇਹ ਪੜ੍ਹਨੀ ਹੈ। ਸੇਜ ਸੁਖਾਲੀ ਬਿਗਸੈ ਜੀਓ, ਸੋ ਸਿਮਰਨ ਤੂੰ ਅਨ ਦਿਨ ਪੀਓ। ਉਸ ਸਿਮਰਨ ਦਾ ਆਨੰਦ ਤੂੰ ਅੱਜ ਤੋਂ ਹੀ ਸ਼ੁਰੂ ਕਰੋ, ਰਾਤ ਦਿਨ ਤੋਂ ਹੀ ਸਿਮਰਨ ਦਾ ਸੁੱਖ, ਬੰਦਗੀ ਦਾ ਸੁੱਖ ਆਪਣੇ ਮਨ ਦੇ ਅੰਦਰ ਕਬੂਲ ਕਰੋ, ਤਾਂ ਅੱਗੇ ਦੇਖੋ ਕੀ ਅਵਸਥਾ ਹੁੰਦੀ ਹੈ ਜੀ। ਜਹ ਸਿਮਰਨ ਤੇਰੀ ਜਾਏ ਬਲਾਏ, ਜੇ ਸਿਮਰਨ ਤੁਝ ਪੋਹੈ ਨਾ ਮਾਏ। ਗੁਰੂ ਸਾਹਿਬ ਦਾ ਵੀ ਬਚਨ ਹੈ ਇਹਦੇ ਬਾਬਤ, ਹਰ ਸਿਮਰਨ ਤੇਰੀ ਜਾਏ ਬਲਾਏ, ਸਰਬ ਕਲਿਆਣ ਵਸੈ ਮਨ ਆਏ। ਕਿਵੇਂ ਆਏਗਾ? ਭਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕੈ ਆਵੇ ਕਾਮ। ਜਿਸ ਨਾਮ ਨੂੰ ਜਪਣ ਨਾਲ ਜਿੰਦ ਤੇ ਜਾਨ ਦਾ ਬਿਲਕੁਲ ਬਾਹਰ ਦੇ ਰੂਪੋਂ ਤੋਂ ਖਹਿੜਾ ਛੁੱਟਣਾ ਕਿ ਇਹ ਮਿਲੇਗਾ ਤੇ ਸੁੱਖ ਮਿਲੇਗਾ। ਮਹਾਰਾਜ ਕਹਿੰਦੇ ਨਹੀਂ, ਹੁਣ ਨਿਰਲੇਪ ਕਰਤਾ ਮਨ ਬਾਹਰ ਦੀ ਦਿਖਦੇ ਪਸਾਰੇ ਤੋਂ। ਇਹ ਜੀ ਤੇਰੇ ਕੇ ਆਵੇ ਕਾਮ, ਇਹ ਕੰਮ ਆਏਗਾ, ਅੰਦਰੋਂ ਸੁੱਖ ਦੇਗਾ। ਬਾਹਰੋਂ ਭਾਵੇਂ ਜੋ ਵੀ ਹੈ, ਪਰ ਅੰਦਰ ਤੱਤੀ ਵਾਓ ਤੇ ਨਹੀਂ ਹੈ। ਗੁਰੂ ਸਾਹਿਬ ਤੇ ਤੱਤੀ ਤਵੀ ਉੱਤੇ ਬਹਿ ਕੇ ਵੀ ਕਹਿੰਦੇ ਕਿ ਆਨੰਦ ਹੈ। ਇਹ ਹੁਣ ਬਾਹਰ ਥੋੜੀ ਕਹਿੰਦੇ ਕਿ ਗੁਰੂ ਸਾਹਿਬ ਦੁੱਖ ਨਹੀਂ ਆਉਣਗੇ। ਦੁੱਖ ਸੁੱਖ ਤੇ ਹੈਗੇ ਭਾਈ, ਜੀਵਨ ਦਾ ਨਾਮ ਹੀ, ਜਿਉਣ ਦਾ ਨਾਮ ਹੀ ਹੈ। ਪਰ ਮਨ ਇਸ ਸਿਮਰਨ ਤੋਂ ਸ਼ੁਕਰ ਮਨਾਏ, ਜੇ ਸਿਮਰਨ ਤੇਰੀ ਜਾਏ ਬਲਾਏ। ਬਲਾਵਾਂ ਟਲ ਜਾਣ ਮਨ ਦੇ ਅੰਦਰ ਦੀਆਂ, ਜੇ ਸਿਮਰਨ ਤੁਝ ਪੋਹੇ ਨਾ ਮਾਏ। ਮਾਇਆ ਦੀ ਰੰਚਕ ਮਾਤਰ ਮਮਤਾ ਇਸ ਮਨ ਨੂੰ ਡੁਲਾ ਨਾ ਸਕੇ, ਮਨ ਨੂੰ ਵਿਕਾਰਾਂ ਵੱਲ ਨਾ ਤੋਰ ਸਕੇ ਜੀ। ਸਿਮਰ ਸਿਮਰ ਹਰ ਹਰ ਮਨ ਗਾਈਐ, ਇਹ ਸਿਮਰਨ ਸਤਿਗੁਰ ਤੇ ਪਾਈਐ। ਪ੍ਰਭੂ ਦਾ ਸਿਮਰਨ ਕਰੀ ਜਾਓ, ਕਰੀ ਜਾਓ। ਸਿਮਰ ਹਰ ਹਰ
मन गाइए नामा कहे त्रिलोचना, मुखते राम संभाल, हाथ पाँव कर काम सब चित निरंजन नाल। ਇਹ ਸਿਮਰਨ ਸਤਿਗੁਰ ਤੇ ਪਾਈਐ, ਸੱਚੇ ਗੁਰੂ ਤੋਂ ਹੀ ਪ੍ਰਾਪਤ ਹੈ ਹੁੰਦਾ ਹੈ ਜੀ। सदा सदा सिमर दिन रात, उठत बैठत सास गिरास। ਸਦਾ ਸਦਾ ਸਿਮਰ ਦਿਨ ਰਾਤ, ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਚੈ ਢੀਲਾ। ਦਿਨ ਰਾਤ ਰਾਜੋ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ, ਉਠਤ ਬੈਠਤ ਸੋਵਤ ਜਾਗਤ, ਇਹ ਮਨ ਤੁਝੈ ਚਿਤਾਰੇ। ਤੁਹਾਨੂੰ ਹੀ ਚੇਤਾ ਕਰੀਏ, ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਇਹਨੂੰ ਹੀ ਸਾਹਿਬ ਜੀ ਕਹਿੰਦੇ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ। ਜਿਹਨੇ ਸਭ ਕੁਝ ਦਿੱਤਾ ਹੈ ਉਹਨੂੰ ਚੇਤੇ ਕਰ, ਮਿਹਰਬਾਨ ਸਾਹਿਬ ਮਿਹਰਬਾਨ। ਉੱਥੇ ਜ਼ਿਕਰ ਹੈ ਤੂੰ ਕਾਹੇ ਡੋਲਹਿ ਪ੍ਰਾਣੀਆਂ ਤੁਧ ਰਾਖੇਗਾ ਸਿਰਜਨਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਿਹਨੇ ਸਭ ਕੁਝ ਦੇਣਾ ਹੈ ਉਹਨੂੰ ਚੇਤੇ ਕਰੋ। ਸੋ ਇਹ ਕਬੀਰ ਸਾਹਿਬ ਕਹਿੰਦੇ ਸਦਾ ਸਦਾ ਸਿਮਰ ਦਿਨ ਰਾਤ, ਰਾਤ ਦਿਨ ਧਿਆਈਏ ਉਠਤ ਬੈਠਤ ਸਾਸ ਗਿਰਾਸ। ਸਾਸ ਗਰਾਸ। ਮੈਂ ਇੱਕ ਛੋਟਾ ਜਿਹਾ ਉਦਾਹਰਨ ਦੇਵਾਂ। ਥੋੜ੍ਹੇ ਦਿਨ ਪਹਿਲਾਂ, ਜਿਸ ਦਿਨ ਅਸੀਂ ਅੱਜ ਤੋਂ 10 ਦਿਨ ਪਹਿਲਾਂ ਕਿਸਾਨੀ ਮੋਰਚੇ 'ਤੇ ਸੇਵਾ ਕਰਨ ਗਏ, ਅਤੇ ਪਹਿਲੇ ਦਿਨ ਜਿਸ ਦਿਨ ਸੇਵਾ ਕਰਨੀ ਸੀ, ਦੂਸਰੇ ਦਿਨ ਅਸੀਂ ਛੋਟੀ ਜਿਹੀ ਅਰਦਾਸ ਕੀਤੀ। ਫਰਸ਼ ਸਾਰਾ ਸੜਕਾਂ ਲਿਬੜੀਆਂ ਪਈਆਂ ਸੀ ਚਿੱਕੜ ਨਾਲ, ਸਾਰਾ ਕੁਝ ਤੁਹਾਨੂੰ ਪਤਾ ਹੈ। ਅਤੇ ਉੱਥੇ ਮੈਂ ਜੋੜਿਆਂ ਸਮੇਤ ਮਾੜੀ ਜੀ ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰ ਲਈ, ਅਤੇ 20 ਬੰਦਿਆਂ ਨੇ ਮੇਰੀਆਂ ਬਾਹਾਂ ਖਿੱਚ ਖਿੱਚ ਕੇ ਮੇਰਾ ਬੁਰਾ ਹਾਲ ਕਰਤਾ। ਮੈਂ ਤੁਹਾਨੂੰ ਸੱਚੀ ਦੱਸਾਂ, ਖਹਿੜਾ ਹੱਥ ਜੋੜ ਕੇ ਮਾਫੀ ਮੰਗੀ। ਕਹਿੰਦੇ ਤੁਸੀਂ ਜੋੜਿਆਂ ਪਾ ਕੇ ਕਿਵੇਂ ਅਰਦਾਸ ਕਰਤੀ? ਮੈਂ ਕਿਹਾ ਮੈਂ ਤੇ ਸਿਰਫ ਇੱਕ ਛੋਟੀ ਜਿਹੀ ਸਤਿਗੁਰੂ ਜੀ ਦਾ ਨਾਂ। ਕਹਿੰਦੇ ਤੁਸੀਂ ਸਤਿਗੁਰੂ ਜੀ ਦਾ ਨਾਮ ਵੀ ਕਿਵੇਂ ਲੈ ਲਿਆ? ਗੱਲ ਉਹਨਾਂ ਦੀ ਵੀ ਠੀਕ ਹੈ। ਮੈਂ ਕਿਹਾ ਦੇਖੋ, ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਸਿੰਘ ਤੁਰਦੇ ਹੋਣਗੇ ਕਿ ਉਹ ਜੋੜੇ ਲਾ ਕੇ ਤੁਰਦੇ ਹੋਣਗੇ? ਦੱਸੋ, ਕਿ ਉਹ ਜੋੜੇ ਲਾ ਦਿੰਦੇ ਲਾਏ ਹੋਣਗੇ ਉਹਨਾਂ ਨੇ ਜਦੋਂ ਗੁਰੂ ਸਾਹਿਬ ਨਾਲ ਤੁਰੇ ਹੋਣਗੇ? ਜੇ ਰਣ ਤੱਤੇ ਦੇ ਵਿੱਚ ਗੁਰੂ ਕਾ ਸਿੱਖ ਲੜ ਰਿਹਾ ਹੈ, ਜੇ ਉਹ ਗੁਰੂ ਨੂੰ ਚੇਤੇ ਕਰਕੇ, ਕਿਉਂਕਿ ਗੁਰੂ ਕਾ ਸਿੱਖ ਕਦੀ ਗਾਲਾਂ ਦੇ ਕੇ ਨਹੀਂ ਲੜਦਾ, ਮੂੰਹ ਤੋਂ ਕੋ ਬੋਲ ਕੇ ਨਹੀਂ। ਉਹ ਫਿਰ ਅਜੈ ਹੈ ਅਭੈ ਹੈ, ਉਹ ਅਜੂ ਹੈ ਅਭੂ ਹੈ, ਅਨਾਮ ਹੈ ਅਕਾਮ ਹੈ, ਉਹ ਫਿਰ ਅਗੰਜ ਹੈ ਅਭੰਜ ਹੈ। ਉਹ ਬਿਲਕੁਲ ਜਾਪ ਸਾਹਿਬ ਨਾਲ ਜੰਗ ਲੜਦਾ, ਬਿਲਕੁਲ ਇੱਕ ਮੈਂ ਉਹ ਜੋੜੇ ਥੋੜ੍ਹੀ, ਉਹ ਸੁਣ ਕੇ ਥੋੜ੍ਹੀ ਰਾਜੀ। ਇਸ ਕਰਕੇ ਜੇ ਉਠਤ ਬੈਠਤ ਸੋਵਤ ਦਾ ਕਿਹਾ ਕਿ ਉਠਤ ਬੈਠਤ ਸਾਸ ਗਿਰਾਜ, ਤੇ ਫਿਰ ਸਾਰਾ ਕੁਝ ਹਾਂ ਜਿੱਥੇ ਮਰਿਆਦਾ ਹੈ। ਮੈਂ ਕਿਹਾ ਇਹ ਰਣ ਤੱਤਾ ਹੈ, ਇਹ ਰਣ ਦਾ ਮੈਦਾਨ ਹੈ ਸਾਡੇ ਲਈ। ਇੱਥੇ ਕੋਈ ਅਸੀਂ ਨਾਮ ਜਪਣੀਆਂ ਜਪਾਉਣ ਨਹੀਂ ਆਏ, ਇਹ ਰਣ ਤੱਤਾ। ਇੱਥੇ ਕੁਝ ਵੀ ਕੀ ਹੋ ਜਾਏ, ਇਸ ਕਰਕੇ ਸਿਰਫ ਗੁਰੂ ਨੂੰ ਤੇ ਉਠਤ ਬੈਠਤ ਦੀ ਤਿਆਈ ਹੈ। ਪਰ ਠੀਕ ਹੈ, ਸਭ ਦੀ ਸ਼ਰਧਾ ਹੈ, ਮਾਫੀ ਮੈਂ ਮੰਗੀ, ਠੀਕ ਹੈ ਜੀ, ਨਹੀਂ ਕਿਸੇ ਦਾ ਹਿਰਦਾ ਬਲੂੰਦ ਰਿਹਾ। ਪਰ ਇਸ ਗੱਲ ਨੂੰ ਬੜੇ ਵਿਸ਼ਾਲ ਤੌਰ ਤੇ ਕਿ ਜੇ ਤੁਰੀ ਜਾ ਰਹੇ ਹਾਂ ਤੇ ਤਾਂ ਵੀ ਨਾਮ, ਜੇ ਬੈਠੇ ਹਾਂ ਤੇ ਤਾਂ ਵੀ ਨਾਮ। ਕੋਈ ਐਸੀ ਥਾਂ ਨਹੀਂ ਹੈ ਜਿੱਥੇ ਪ੍ਰਭੂ ਨਾ ਚੇਤਾ ਆਏ। ਇਹਦੇ ਵਿੱਚ ਸਭ ਕੁਝ ਆ ਗਿਆ। ਇਹੀ ਸਤਿਗੁਰੂ ਜੀ ਨੇ, ਬਾਣੀ ਨੇ, ਇਹੀ ਕਬੀਰ ਸਾਹਿਬ ਦੱਸਿਆ ਕਿ ਇਹ ਜੀਵਨ ਦੀ ਜਾਂਚ ਹੋਈ ਜੀ। ਜਾਗ ਸੋਏ ਸਿਮਰਨ ਰਸ ਭੋਗ, ਹਰ ਸਿਮਰਨ ਪਾਈਐ ਸੰਜੋਗ। ਇਹੀ ਹੈ ਜਾਗਣਾ ਵੀ ਤੇ ਸੋਣਾ ਵੀ। ਜਾਗ ਅੱਖ ਖੁੱਲੇ ਤੇ ਵਾਹਿਗੁਰੂ, ਤੇ ਸੌਣ ਲੱਗਿਆਂ ਵੀ ਵਾਹਿਗੁਰੂ। ਗੁਰੂ ਨੂੰ ਚੇਤਾ ਕਰੋ। ਜਾਗ ਸੋਏ ਸਿਮਰਨ ਰਸ ਭੋਗ, ਸਿਮਰਨ ਦਾ ਹੀ ਅੰਦਰ ਭੋਜਨ ਹੋਏ, ਰੂਹ ਦੀ ਖੁਰਾਕ ਹੋਏ। ਹਰ ਸਿਮਰਨ ਪਾਈਐ ਸੰਜੋਗ, ਵੱਡੇ ਭਾਗਾਂ ਨਾਲ ਗੁਰੂ ਦਾ ਚੇਤਾ, ਚੰਗੇ ਸੰਜੋਗਾਂ ਨਾਲ ਇਹ ਅਵਸਥਾ ਮਿਲਦੀ ਹੈ ਜੀ। ਜਿਹ ਸਿਮਰਨ ਨਾਹੀ ਤੁਝ ਭਾਰ, ਸੋ ਸਿਮਰਨ ਰਾਮ ਨਾਮੇ ਆਧਾਰ। ਫਿਰ ਭਾਰ ਘਟ ਜਾਂਦਾ ਚਿੰਤਾਵਾਂ ਦਾ, ਲੇਵਾ ਦੇਵੀ ਦਾ। ਬੰਦਾ ਇਹ ਸੋਚਦਾ ਆਮ ਕਰਕੇ ਕਿ ਹੁਣ ਮੈਂ ਕੀ ਕਰਨਾ ਹੈ, ਕਿਵੇਂ ਸਾਰਾ ਦਿਨ ਕਿਹਨੂੰ। ਪਰ ਜਿਹੜਾ ਬੰਦਗੀ ਕਰਕੇ ਸਿਮਰਨ ਕਰਕੇ ਉੱਠਦਾ, ਉਹ ਕਹਿੰਦਾ ਹੁਣ ਜੋ ਗੁਰੂ ਸਾਹਿਬ ਨੇ ਕਰਾਉਣਾ ਉਹੀ ਭਲਾਈ ਹੋਏਗਾ। ਹੁਣ ਅੱਗੇ ਇਹ ਸਾਰੇ ਦਿਨ ਦੇ ਵਿੱਚ ਗੁਰੂ ਸਾਹਿਬ ਨੇ ਕੀ ਕਰਾਉਣਾ, ਇਹ ਭਾਰ ਲੱਥ ਜਾਂਦੇ ਦੁਨੀਆ ਦੇ ਸਾਰੇ। ਜੇ ਸਿਮਰਨ ਨਾਹੀ ਤੁਝ ਭਾਰ, ਗੁਰੂ ਕਰਾਉਣ ਵਾਲਾ, ਸੋ ਸਿਮਰਨ ਰਾਮ ਨਾਮ ਆਧਾਰ। ਉਹੀ ਮਨ ਦਾ ਆਧਾਰ ਪ੍ਰਭੂ ਦਾ ਨਾਮ ਬਣ ਜਾਏ। ਇਹੀ ਪ੍ਰਭੂ ਦਾ ਸੰਜੋਗ, ਮਿਲਾਪ ਦਾ ਸੰਜੋਗ ਦ੍ਰਿੜ ਕਰਾਏਗਾ ਜੀ। ਕਹੇ ਕਬੀਰ ਜਾ ਕਾ ਨਹੀਂ ਅੰਤ, ਤਿਸ ਕੇ ਆਗੇ ਤੰਤ ਨਾਮੰਤ। ਇਸ ਬੰਦਗੀ ਦੇ ਅੱਗੇ ਕੁਛ ਨਹੀਂ ਚੱਲਦਾ, ਤੇ ਇਸ ਬੰਦਗੀ ਦਾ ਕੋਈ ਅੰਤ ਨਹੀਂ ਕਿ ਮੈਂ 2 ਦਿਨ ਜਪ ਲਾਂ, ਹਫ਼ਤਾ ਜਪ ਲਾਂ, 40 ਦਿਨ ਜਪ ਲਾਂ। ਨਾ ਭਾਈ, ਗਿਣ ਕੇ ਕਿਉਂ ਜਪਣਾ? ਜਿੰਨੇ ਅਣਗਿਣਤ ਬੇਗਿਣ ਕੇ ਜਿੰਨੇ ਦਾਤਾਂ ਦਿੱਤੀਆਂ, ਉਹਨੂੰ ਕਾਹਦਾ ਗਿਣ ਕੇ ਸ਼ੁਕਰ ਕਰਨਾ। ਕਹਿ ਕਬੀਰ ਜਾ ਕਾ ਨਹੀਂ ਅੰਤ, ਜਿਹਦਾ ਅੰਤ ਨਹੀਂ ਪਾਰਾਵਾਰ, ਤਿਸ ਕੇ ਆਗੇ ਤੰਤ ਨਾਮੰਤ। ਕੋਈ ਤੰਤਰ ਤੇ ਮੰਤਰ ਇਸ ਵਾਹਿਗੁਰੂ ਦੇ ਸਿਮਰਨ, ਇਸ ਸਤਨਾਮ ਦੇ ਸੱਚੇ ਨਾਮ ਦੇ ਸਿਮਰਨ ਅੱਗੇ ਨਹੀਂ ਚੱਲਦੇ। ਇੱਥੇ ਹੀ ਅੱਜ ਸ਼ਬਦਾਂ ਦੀ ਸਮਾਪਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ
ਹੁਣ इस वेले तैयारियां करतियां सी सतगुरु जी ने किला नूं छड्डण वास्ते। ये अज दी जिहड़ी 6 पोह है, अज दी रात सतगुरु जी तकरीबन 12 क वजे दे लागे तो बाद अद्धी रात नूं किला छड्ड रहे ने, छड्डणगे अज। ये सारी विਉਂਤਬੰਦੀ अज दे दिन तैयार हुई है 6 पोह। सो संजीदगी दे नाल थोड़ा 6 तो लैके 13 पोह तक असी अपने मन नूं समझाइए। सो कल तो असी साहिबजादियां दी शहादतां दियां सारी कथा, क्योंकि कल 7 पोह है ते 8 पोह नूं साहिबजादियां दी, वड्डे साहिबजादियां दी शहादत है। सो कल चमकौर दी गढ़ी दा युद्ध, क्योंकि सारा कुछ ये वरतना है, क्योंकि चमकौर तक कल सतगुरु जी ने शाम तक पहुँचना है। सो कल दे दिन दी विचार, अज दी रात दी सारी विचार किस तरह सतगुरु जी निकले ने, किहड़ी किहड़ी थां सरसा तो पहलां पहुँचण लग्या कि कीरतपुर साहब की भी जंग हुई है, कित्थे कित्थे किहड़ी ढाब दे पिछे किहड़े किहड़े सिंह शहीद होए, सरसा दा सारा विछोड़ा। अज थोड़े शब्द लमेरे सन, नहीं हुई, कल करांगे विचार। भुलां चुकां दी खिमा फतेह बुलाओ, आखो जी वाहिगुरू जी का खालसा वाहिगुरू जी की फतेह। सतनाम श्री वाहिगुरु साहिब जीओ। सतनाम श्री वाहिगुरु साहिब जीओ। जो तो प्रेम खेलन का चाओ, सिर दर तली गली मेरी आओ। सजन सच्चा पातशाह, सिर शाहां दे शाह। जिस पास बैठिया सोही है, सबना दा वेसाह। सतनाम श्री वाहिगुरु साहिब जीओ। टोडी महला पंजवा। हर बिसरत सदा खुआरी, ताको धोखा कहा व्यापै, जाको ओट दुहारी। हर बिसरत सदा खुआरी, ताको धोखा कहा व्यापै, जाको ओट तुहारी। रहाओ बिन सिमरन जो जीवन बलना, सर्ब जैसे हर जारी। नवखंडन को राज कमावै, अंत चलै गोहारी। गुण निधान गुण तिन्हि गाय, जाको कृपा धारी। सो सुखिया धन उस जन्मा, नानक तिस बलिहारी। गुण निधान गुण तिन्हि गाय, जाको कृपा धारी। सो सुखिया धन उस जन्मा, नानक तिस बलिहारी। वाहिगुरू जी का खालसा वाहिगुरू जी की फतेह। सोहला राग गौड़ी दीप की महला पहला। एको ओंकार सतगुर प्रसाद। जय घर की रता किए करते कहो विचारो, तित घर गावो सोहला सिरो सिरजनहारो। तुम गावो मेरे निर्भव का सोहला हूँ वारी। सोहले सदा सुख होए रहाओ, नेत ने जियड़े संभाली देखे का देवनहार। तेरे दाने कीमत ना पवै, तेरे दाते कौन समार। संभल साहा लिखिया मिलकर पावो तेल, देव सजन सीसड़िया जो है साहिब स्यों मेल। घर घरियो पहुँचा सदड़े नित पवन, सदन हर सिमरिया नानक से दे आवन। राग सा महला पहला। छे घर छे गुरु छे उपदेश, गुर गुरे को वेश अनेक। बाबा जय घर करते कीरत होय, सो घर राख उडाई तोय रहाओ। विश्व चसियां घड़ियां पैरा थिते वारी माँ होआ। सूरज गोरुत अनेक, नानक करते के कहते वेश। प्रार्थना श्री महला पहला। गगन में थाल रव चांद दीपक बने, तारका मंडल जनक मोती। धूप मलयान लो पवन चरो करे, सगल बन राय फूलंत ज्योति। कैसी आरती होए भव खन्ना तेरी आरती, अनैता शब्द वाजंत बेरी रहाओ। सहस्तव नैन नन नैन है तो एक, सहस मूरत नन एक तो ही। सहज पद विमल नन एक पद गंध बेन, सहज तव गंध चलत मोही। सब में जोत जो